ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਕੱਲ ਦੀ ਸ਼ਾਮ ਬੜੀ ਆਵਾਜਾਰੀ ਚ ਲੰਘੀ, ਬੜੀ ਬੇਚੈਨੀ ਰਹੀ। ਦਰਬਾਰ ਸਾਹਿਬ ਸਮੂਹ ਦੇ ਵਿੱਚ ਵਾਪਰੀ ਘਟਨਾ ਨੇ ਬਤੌਰ ਸਿੱਖ ਮਨ ਤੇ ਡੂੰਘਾ ਅਸਰ ਪਾਇਆ। ਕੱਲ ਸ਼ਾਮ ਨੂੰ ਕੋਈ ਗੱਲ ਕਰਨ ਸਕਣ ਦੀ ਸਥਿਤੀ ਚ ਨਹੀਂ ਸੀਗੇ, ਇਸ ਕਰਕੇ ਕੱਲ ਕੋਈ ਟਿੱਪਣੀ ਨਹੀਂ ਕੀਤੀ, ਕੱਲ ਕੋਈ ਗੱਲ ਨਹੀਂ ਕੀਤੀ। ਲੇਕਿਨ ਜੋ ਵਾਪਰਿਆ ਮਾੜਾ ਵਾਪਰਿਆ। 2 ਦਿਨ ਚ 3 ਦਿਨ ਚ 2 ਘਟਨਾਵਾਂ। ਇਹ ਘਟਨਾਵਾਂ ਕਿਸ ਸਾਜ਼ਿਸ਼ ਦਾ ਹਿੱਸਾ ਨੇ? ਇਸ ਮੁਆਸ਼ਰੇ ਨੂੰ ਕਿਸ ਦਿਸ਼ਾ ਚ ਲੈ ਕੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ? ਸਾਜ਼ਿਸ਼ ਉਸ ਵਿਅਕਤੀ ਦੇ ਨਾਲ ਹੀ ਮਰ ਜਾਂਦੀ ਹੈ। ਇੱਕ ਮੈਂ ਪੁਰਾਣੇ ਸਮੇਂ 'ਚ ਕੁਝ ਫਿਲਮਾਂ ਦੇਖਦਾ ਹੁੰਦਾ ਸੀ, ਕਹਿੰਦੇ ਸਲੀਪਰ ਸੈੱਲ ਹੁੰਦੇ ਆ ਜੀ। ਗੱਲ ਕਿਤੇ ਹੋਰ ਵਿਉਂਤੀ ਜਾ ਰਹੀ ਹੁੰਦੀ ਆ, ਉਹਦਾ ਚਿਹਰਾ ਕੋਈ ਹੋਰ ਹੁੰਦਾ। ਔਰ ਚਿਹਰਿਆਂ ਤੋਂ ਅੱਗੇ ਲੋਕ, ਮੈਨੂੰ ਅਕਸ਼ੇ ਕੁਮਾਰ ਦੀ ਫਿਲਮ ਦਾ ਯਾਦ ਹੈ ਕਿ ਕਿਵੇਂ ਉਹ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾਂਦਾ ਹੈ। ਬਹੁਤ ਹਿਰਦੇ ਵੇਦਕ ਆ, ਲੇਕਿਨ ਸਿੱਖ ਬਹੁਤ ਪਰੇਸ਼ਾਨੀ 'ਚ ਨੇ, ਕੁਝ ਭਾਵਨਾਵਾਂ ਭੜਕੀਆਂ ਹੋਈਆਂ ਨੇ, ਉਹਦਾ ਆਪਾਂ ਨਤੀਜਾ ਵੀ ਦੇਖਿਆ। ਲੇਕਿਨ ਹਿੰਦੂ ਸਹਿਮ 'ਚ ਨੇ। ਇੱਕ ਡਰ ਪੰਜਾਬ ਦੇ ਵਿੱਚ ਪੈਦਾ ਕੀਤਾ ਜਾ ਰਿਹਾ। ਮੈਂ ਇਹ ਲਫ਼ਜ਼ ਹਰਗਿਜ਼ ਨਹੀਂ ਸੀ ਵਰਤਣਾ ਚਾਹੁੰਦਾ। ਬਹੁਤ ਸਾਰੇ ਲੋਕ ਇਹਨੂੰ ਕਿਸੇ ਹੋਰ ਨਜ਼ਰੀਏ ਨਾਲ, ਹੋਰ ਜਾਵੀਏ 'ਚ ਵੇਖ ਰਹੇ ਆ। ਅਸੀਂ ਇਹਦੇ ਤੇ ਗੱਲ ਜ਼ਰੂਰ ਕਰਾਂਗੇ, ਬਹੁਤ ਸੰਖੇਪ 'ਚ, ਕਿਉਂਕਿ ਸਾਡੀ ਸਮਝ ਬਹੁਤ ਛੋਟੀ ਆ। ਧਰਮ ਬਹੁਤ ਉੱਚੇ ਹੁੰਦੇ ਆ, ਅਸੀਂ ਬਹੁਤ ਨਗੂਣੇ ਤੇ ਛੋਟੇ ਹੁੰਦੇ ਆ। ਕੁਝ ਸਿਆਸੀ ਖਬਰਾਂ ਜਿਨ੍ਹਾਂ ਨੂੰ ਛੇੜੇ ਬਿਨਾਂ ਲੰਘਿਆ ਨਹੀਂ ਜਾਣਾ। ਢੀਂਡਸਾ ਤੇ ਬ੍ਰਹਮਪੁਰਾ ਦੇ ਵਿੱਚ ਇੱਕ ਲੀਕ ਖਿੱਚੀ ਜਾ ਰਹੀ ਹੈ। ਸਿੱਧੂ ਤੇ ਚੰਨੀ ਦੇ ਵਿੱਚ ਵੱਖਰੀ ਤਰ੍ਹਾਂ ਦੀ ਲੜਾਈ ਵੱਖਰੇ ਦੌਰ 'ਚ ਦਾਖਲ ਹੋ ਗਈ ਆ। ਹੁਣ ਚੰਨੀ ਗਿਵ ਅਪ ਨਹੀਂ ਕਰ ਰਹੇ, ਆਪਣੀ ਅਸਫਲਤਾ ਨੂੰ ਸਿੱਧੂ ਤੇ ਸਿਰ ਮੜਨ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੂੰ ਲੱਗਦਾ ਪਹਿਲਾਂ ਕੈਪਟਨ ਦੇ ਉੱਤੇ ਸਾਰੀ ਅਸਫਲਤਾ ਮੜ ਕੇ ਅੱਗੇ ਵਧਣ ਲੱਗੇ ਸੀ, ਤੇ ਦੂਜਾ ਜਿਹੜਾ ਡੰਡਾ ਪੌੜੀ ਦਾ ਮੈਂ ਬਣਾਇਆ ਜਾ ਰਿਹਾ, ਤੇ ਉਹਨਾਂ ਨੂੰ ਸ਼ਾਇਦ ਸਮਝ ਆ ਗਈ ਜਾਂ ਉਹਨਾਂ ਦੇ ਰਣਨੀਤੀਕਾਰ ਤਗੜੇ ਨੇ। ਬੀਜੇਪੀ ਨੇ ਚੋਣ ਕਮਿਸ਼ਨ ਦੇ ਨਜ਼ਰੀਓਂ ਇੱਕ ਨਵੀਂ ਵਿਪਤਾ ਛੇੜ ਲਈ ਆ। ਤੇ ਜੇਕਰ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਡਰ ਦੀ ਗੱਲ ਕਰੋ, ਤੇ ਉਹ ਚੋਣ ਕਮਿਸ਼ਨ ਨੂੰ ਜਿਹੜਾ ਪੱਤਰ ਭੇਜਣ ਦੀ ਗੱਲ ਕਰ ਰਹੇ ਆ ਨਾ, ਅਖੇ ਕਿਸੇ ਸਾਡੇ ਅਕਾਲੀ ਆਗੂਆਂ ਨੂੰ ਫੜਨ ਦੀ ਕਵਾਇਦ ਆ। ਇਹ ਸੱਚੀਓ ਮਨਪ੍ਰੀਤ ਜੀ, ਅਫਵਾਹਾਂ ਬੜੀ ਤੇਜ਼ੀ ਨਾਲ ਫੈਲਦੀਆਂ ਰਹੀਆਂ 2 ਦਿਨ ਤੋਂ, ਬਈ ਕਿਸੇ ਅਕਾਲੀ ਆਗੂ ਨੂੰ ਫੜਿਆ ਜਾ ਰਿਹਾ, ਹੱਥ ਪਾਇਆ ਜਾ ਰਿਹਾ। ਇੱਕ ਦੂਜੇ ਨੂੰ ਜਰਨਲਿਸਟ ਪੁੱਛਦੇ ਰਹੇ ਕਾਰਵਾਈ ਕਦੋਂ ਹੋਣ ਵਾਲੀ ਆ। ਔਰ ਨਵੇਂ ਡੀਜੀਪੀ ਨੂੰ ਅਗਲੇ ਕੁਝ ਦਿਨਾਂ 'ਚ UPSC ਵਾਲੀ ਕਵਾਇਦ ਚੋਂ ਲੰਘਣਾ ਪੈਣਾ, ਇਸ ਕਰਕੇ ਕਾਹਲ ਤਾਂ ਹੈਗੀ ਆ। ਅਬ ਮੈਂ ਮੁੜ ਕੇ ਆਵਾਂ, ਆਪਾਂ ਬੜੇ ਸੰਤੁਲਿਤ ਵੇ ਨਾਲ, ਜਿਵੇਂ ਮੈਨੂੰ ਲਫ਼ਜ਼ ਨਹੀਂ ਲੱਭ ਰਹੇ ਕਿ ਬੇਅਦਬੀ ਮਾਮਲਿਆਂ ਨੂੰ ਆਪਾਂ ਕਿਵੇਂ ਦੇਖ ਸਕਦੇ ਹਾਂ। ਸਾਡਾ ਨਜ਼ਰੀਆ ਉਹਨਾਂ ਵਿਸ਼ਾਲ ਨਹੀਂ, ਮੈਨੂੰ ਲੱਗਦਾ, ਜਿੰਨੀ ਸਾਜ਼ਿਸ਼ ਵੱਡੀ ਘੜੀ ਜਾ ਰਹੀ ਹੈ। ਇਲੈਕਸ਼ਨ ਦੇ ਮੁਹਾਣੇ ਤੋਂ ਆਪਾਂ ਲੋਕਾਂ 'ਚ ਇੱਕ ਖਾਸ ਤਰ੍ਹਾਂ ਦੇ ਡਰ ਨੂੰ ਵੀ ਵੇਖ ਰਹੇ ਹਾਂ, ਇੱਕ ਬਹੁਤ ਵੱਡੇ ਰੋਹ ਨੂੰ ਵੀ ਵੇਖ ਰਹੇ ਹਾਂ। ਇਸ ਰੋਹ ਨੇ ਅਤੀਤ ਵਿੱਚ ਬੜਾ ਨੁਕਸਾਨ ਵੀ ਕੀਤਾ। ਸਿੰਘੂ ਤੇ ਇੱਕ ਕਤਲ ਹੁੰਦਾ, ਸਾਜ਼ਿਸ਼ ਮਰ ਜਾਂਦੀ ਆ। ਅੱਜ ਤੱਕ ਉਹ ਕੁਝ ਨਹੀਂ ਪਤਾ ਲੱਗਿਆ ਕਿ ਉਹ ਬੰਦਾ ਆਪਣੇ ਪਿੰਡੋਂ ਉੱਥੋਂ ਤੱਕ ਕਿਵੇਂ ਪਹੁੰਚਿਆ, ਜਿਹਨੂੰ ਉੱਥੇ ਰੋਟੀ ਦੇ ਲਾਲੇ ਹੁੰਦੇ ਸੀ। ਔਰ ਇਸ ਬੰਦੇ ਬਾਰੇ ਕੌਣ ਜਾਣੂਗਾ, ਤੇ ਕਿੱਥੋਂ ਇਹਦੇ ਤਾਰ ਲੱਭੋਗੇ ਕਿ ਆਖਰ ਇਹਦੇ ਮਨ 'ਚ ਕੀ ਸੀ, ਜਾਂ ਇਹਨੂੰ ਕਿੱਥੋਂ ਕਿਵੇਂ ਡਾਇਰੈਕਸ਼ਨ ਮਿਲੀ? ਜੀ ਜੀ ਰੰਧਾਵਾ ਜੀ, ਦੇਖੋ, ਵਾਕਈ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਔਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕੋਈ ਅੱਜ ਦੇ ਨਹੀਂ, ਸਨ 2015 ਤੋਂ ਬਾਅਦ ਹੀ ਪੂਰੇ ਸਿੱਖ ਸਮੂਹ ਦੇ, ਸਿੱਖ ਭਾਈਚਾਰੇ ਦੇ ਜਿਹੜੇ ਜਜ਼ਬਾਤ ਨੇ, ਉਹ ਇਹਨਾਂ ਗੱਲਾਂ ਦੇ ਨਾਲ ਬਹੁਤ ਭੜਕੇ ਹੋਏ ਨੇ। ਜਿਵੇਂ ਕਹਿੰਦੇ ਆ ਪੰਜਾਬੀ ਦੇ ਵਿੱਚ, ਹਿਰਦੇ ਵਲੂੰਦਰੇ ਹੋਏ ਨੇ ਕਿ ਕਿਸੇ ਤਰ੍ਹਾਂ ਉਹਨਾਂ ਸਾਰੇ ਵਿਅਕਤੀਆਂ ਨੂੰ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਜਾਂ ਜਿਨ੍ਹਾਂ ਨੇ ਸਾਜ਼ਿਸ਼ ਕੀਤੀ ਆ, ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਬਣਦੀਆਂ ਕਾਨੂੰਨ ਦੇ ਹਿਸਾਬ ਦੇ ਨਾਲ, ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਲੇਕਿਨ ਗੱਲ ਕੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਵੀ ਸਰਕਾਰ 2 ਸਾਲ ਰਹਿ ਗਈ ਹੈ, ਤੇ ਉਸ ਤੋਂ ਬਾਅਦ 5 ਸਾਲ ਜਿਹੜੇ ਆ ਉਹ ਵੀ ਖਤਮ ਹੋ ਜਾਣੇ ਆ। ਕਾਂਗਰਸ ਦੀ ਸਰਕਾਰ ਨੂੰ ਇਨਸਾਫ ਮਿਲਿਆ ਨਹੀਂ, ਤੇ ਕਿਤੇ ਨਾ ਕਿਤੇ ਉਤੇਜਨਾ ਜ਼ਰੂਰ ਆ। ਹੁਣ ਜਦੋਂ ਆਪਾਂ ਦਰਬਾਰ ਸਾਹਿਬ ਦੀ ਗੱਲ ਕਰ ਲੈਂਦੇ ਆ, ਉੱਥੇ ਜੋ ਘਟਨਾ ਵਾਪਰੀ ਆ, ਵਾਕਿਆ ਬਹੁਤ ਮੰਦਭਾਗੀ ਘਟਨਾ। ਲੇਕਿਨ ਮੈਨੂੰ ਨਾਲ ਦੀ ਨਾਲ ਇਹ ਵੀ ਕਹਿਣਾ ਜ਼ਰੂਰੀ ਆ ਕਿ ਜੇ ਉਹੀ ਵਿਅਕਤੀ ਨੂੰ ਉੱਥੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਆ, ਉਹ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੰਦੀ, ਜਾਂਚ ਏਜੰਸੀਆਂ ਦੇ ਹਵਾਲੇ ਕਰ ਦਿੰਦੀ, ਤੇ ਸ਼ਾਇਦ ਸਾਨੂੰ ਬਹੁਤ ਕੁਝ ਪਤਾ ਲੱਗਦਾ ਕਿ ਇਹ ਤਾਰ ਕਿੱਥੋਂ ਤੱਕ ਜੁੜੇ ਹੋਏ ਆ। ਤੁਸੀਂ ਦੇਖੋ, ਪਿਛਲੇ ਬੁੱਧਵਾਰ ਹੀ ਇੱਕ ਰਣਬੀਰ ਸਿੰਘ ਨਾਮ ਦੇ ਵਿਅਕਤੀ ਨੇ ਗੁਟਕਾ ਸਾਹਿਬ ਨੂੰ ਸਰੋਵਰ ਦੇ ਵਿੱਚ ਸੁੱਟ ਦਿੱਤਾ, ਉੱਥੇ ਦਰਬਾਰ ਸਾਹਿਬ ਦੇ ਵਿੱਚ ਹੀ ਜੋ, ਤੇ ਉਸ ਨੂੰ ਫੜ ਕੇ ਉਸੇ ਟਾਸਕ ਫੋਰਸ ਨੇ ਪੁਲਿਸ ਦੇ ਹਵਾਲੇ ਕੀਤਾ। ਤੁਸੀਂ ਗੱਲ ਕੀਤੀ ਹੈ 15 ਅਕਤੂਬਰ ਦੀ ਉਸ ਘਟਨਾ ਦੀ,
ਜਿੱਥੇ ਲਖਬੀਰ ਸਿੰਘ ਨਾਮ ਦੇ ਉਸ ਵਿਅਕਤੀ ਜਿਹੜੇ ਤਰਨਤਾਰਨ ਜ਼ਿਲ੍ਹੇ ਤੋਂ ਚੀਮਾ ਕਲਾ ਪਿੰਡ ਤੋਂ ਆਉਂਦੇ ਸੀ, ਉਹਨਾਂ ਦਾ ਕਤਲ ਹੋ ਜਾਂਦਾ। ਕਤਲ ਤੋਂ ਬਾਅਦ ਤੁਸੀਂ ਇਹ ਵੀ ਦੇਖੋ, ਕਿਉਂਕਿ ਮੈਂ ਜਾਣਬੁੱਝ ਕੇ ਇਹ ਸਾਰੀਆਂ ਘਟਨਾਵਾਂ ਆਪਾਂ ਨੂੰ ਇਹਨਾਂ ਦਾ ਜ਼ਿਕਰ ਕਰਨਾ ਬਹੁਤ ਲਾਜ਼ਮੀ ਆ। ਉਸ ਤੋਂ ਬਾਅਦ ਸਰਬਜੀਤ ਸਿੰਘ ਨਾਮ ਦੇ ਇੱਕ ਨਿਹੰਗ ਸਿੱਖ ਦੀ ਜਿਹੜੀ ਆ ਉਹ ਉੱਥੇ ਗ੍ਰਿਫਤਾਰੀ ਹੁੰਦੀ ਹੈ। ਨਰੈਣ ਸਿੰਘ ਜਿਹੜੀ ਆ ਉਹ ਅੰਮ੍ਰਿਤਸਰ ਦੀ ਰੂਰਲ ਪੁਲਿਸ ਫੜਦੀ ਹੈ ਤੇ 2 ਹੋਰ ਨਿਹੰਗ ਸਿੰਘ ਇੱਕ ਜਥੇਬੰਦੀ ਦੇ ਆਉਂਦੇ ਆ, ਉਹਨਾਂ ਨੂੰ ਫੜਿਆ ਜਾਂਦਾ। ਉਸ ਤੋਂ ਬਾਅਦ ਬਾਬਾ ਅਮਨ ਸਿੰਘ ਜੀ ਜਿਹੜੇ ਉਸ ਜਥੇਬੰਦੀ ਦੇ ਹੁੰਦੇ, ਜਿਨ੍ਹਾਂ ਦੇ ਇਹ ਸਾਰੇ ਨਿਹੰਗ ਸਿੰਘ ਹੁੰਦੇ ਆ, ਉਹਨਾਂ ਦੀਆਂ ਫੋਟੋਆਂ ਤਸਵੀਰਾਂ ਆਉਂਦੀਆਂ ਨੇ। ਤਸਵੀਰਾਂ ਕਿਹਨਾਂ ਨਾਲ ਆਉਂਦੀਆਂ? ਤਸਵੀਰਾਂ ਆਉਂਦੀਆਂ ਨੇ ਭਾਰਤ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਹੋਣਾ ਨਾਲ, ਤੇ ਜਿਹੜੇ ਸਟੇਟ ਮੰਤਰੀ ਨੇ ਖੇਤੀਬਾੜੀ ਦੇ ਕੈਲਾਸ਼ ਚੌਧਰੀ ਨਾਲ, ਇੱਕ ਝਾਰਖੰਡ ਦੇ MP, ਇੱਕ ਰਾਜਸਥਾਨ ਦੇ MP ਸੁਖਮਿੰਦਰ ਸਿੰਘ ਗਰੇਵਾਲ ਜਿਹੜੇ ਕਿਸਾਨ ਮੋਰਚੇ ਦੇ ਨੇ, ਤੇ ਇਸੇ ਤਰ੍ਹਾਂ ਇੱਕ ਬਹੁਤ ਸ਼ੇਡੀ ਕਰੈਕਟਰ ਜਿਹੜੇ ਬੜਾ ਵਿਵਾਦਾਂ ਵਾਲਾ ਕਰੈਕਟਰ ਆ, ਉਹ ਗੁਰਮੀਤ ਸਿੰਘ ਪਿੰਕੀ। ਇਹ ਚੀਜ਼ਾਂ ਤਾਂ ਆ ਜਾਂਦੀਆਂ ਨੇ, ਅਖਬਾਰਾਂ 'ਚ ਸੁਰਖੀਆਂ ਬਣਦੀਆਂ ਨੇ, ਲੇਕਿਨ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਇਹ ਕੀ ਸਾਜ਼ਿਸ਼ ਸੀ। ਈਵਨ ਕਿ ਜਿਹੜਾ ਇੱਕ ਸੰਯੁਕਤ ਕਿਸਾਨ ਮੋਰਚਾ ਸੀ, ਉਹਨੂੰ ਵੀ ਨਹੀਂ ਸੀ ਪਤਾ ਕਿ ਪਿਛਲੇ ਦਰਵਾਜ਼ੇ ਥਾਣੀ ਜਾਂ ਪਿਛਲੇ ਰਾਹ ਥਾਣੀ ਕੋਈ ਗੱਲਬਾਤ ਚੱਲ ਰਹੀ ਹੈ। ਇਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਤਾਂ ਦੇਖੋ ਜੀ, ਇਹ ਜਿਹੜਾ ਸੰਘਰਸ਼ ਚੱਲ ਰਿਹਾ ਇਹਨੂੰ ਹੱਲ ਕਰਾਉਣਾ ਚਾਹੁੰਦੇ ਸੀ। ਤੇ ਦੂਸਰੇ ਪਾਸੇ ਇਹ ਸਾਰੀਆਂ ਘਟਨਾਵਾਂ ਉਸ ਵਿਅਕਤੀ ਨੂੰ, ਲਖਬੀਰ ਸਿੰਘ ਨੂੰ ਵੀ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾ ਸਕਦਾ ਸੀ। ਇਸੇ ਤਰ੍ਹਾਂ ਸਨ 2016 ਦੀ ਵੀ ਮੈਨੂੰ ਘਟਨਾ ਯਾਦ ਆਉਂਦੀ ਹੈ। ਇਹਦੇ ਚ ਇੱਕ ਚੀਜ਼ ਮੈਂ ਐਡ ਕਰ ਦਿਆਂ, ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਤਾਂ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਤੇ ਸਿੱਖ ਮਾਨਸਿਕਤਾ 'ਚ ਇਹ ਗੱਲ ਘਰ ਘਰ ਗਈ ਹੈ ਕਿ ਜਿਹੜੇ ਪਹਿਲਾਂ ਫੜ ਕੇ ਦਿੱਤੇ ਉਹਨਾਂ ਦਾ ਕੀ ਹੋਇਆ। ਆਨੰਦਪੁਰ ਸਾਹਿਬ ਦੇ ਵਿੱਚ ਕੀਰਤਨ ਕਰਦੇ ਰਾਗੀ ਜਥੇ ਵੱਲ ਕੁਝ ਸੁੱਟਤਾ ਜਾਂਦਾ ਹੈ, ਮੈਂ ਹੁਣ ਸ਼ਬਦ ਨਹੀਂ ਵਰਤੂੰਗਾ। ਉਸ ਤੋਂ ਬਾਅਦ ਪੁਲਿਸ ਉਸ ਵਿਅਕਤੀ ਦਾ ਹੁਣ ਤੱਕ ਕੀ ਕਰਦੀ ਹੈ? ਗੱਲ ਤਾਂ ਇਹ ਹੈ ਕਿ ਕਿਸੇ ਨੂੰ ਮਾਨਸਿਕ ਰੋਗੀ, ਕਿਸੇ ਨੂੰ ਤੁਸੀਂ ਬਿਮਾਰ ਕਹਿ ਦਿੰਦੇ ਹੋ, ਕਿਸੇ ਨੂੰ ਤੁਸੀਂ ਪਾਗਲ ਕਹਿ ਦਿੰਦੇ ਹੋ। ਇਹ ਸਾਰੀਆਂ ਚੀਜ਼ਾਂ ਦੇਖੋ, 2015 ਤੋਂ ਬੇਅਦਬੀ ਦੇ ਮਾਮਲਿਆਂ 'ਚ ਹੁਣ ਤੱਕ ਕੁਝ ਵੀ ਸੋਲਿਡ ਨਹੀਂ ਸਾਹਮਣੇ ਆਇਆ ਤੇ ਅਜੇ ਤੱਕ ਅਦਾਲਤਾਂ ਤੋਂ ਇਹੀ ਮੰਗਿਆ ਜਾ ਰਿਹਾ, ਯਾਰ ਸਾਜ਼ਿਸ਼ ਫਲਾਣੇ ਤਾਂ ਹੋਈ ਸੀ, ਸਾਨੂੰ ਉਹਨਾਂ ਲੋਕਾਂ ਨੂੰ ਪੁੱਛਗਿੱਛ ਕਰਨ ਦਿਓ। ਇਸ ਕਰਕੇ ਲੋਕਾਂ ਦੀ ਭਾਵਨਾਵਾਂ ਜਿਹੜੀਆਂ ਇਸ ਪੱਧਰ ਤੱਕ ਭੜਕ ਜਾਂਦੀਆਂ ਕਿ ਨਹੀਂ, ਇਨਸਾਫ ਅਸੀਂ ਆਪ ਕਰਨਾ ਹੈ। ਇਹ ਗਲਤ ਨਹੀਂ ਹੋਣਾ ਚਾਹੀਦਾ। ਮੈਂ ਵੀ ਇਹ ਗੱਲ ਦੀ ਦਾਅਵਾ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਵਿਅਕਤੀ ਨੂੰ ਫੜ ਕੇ ਨਾਲ ਦੇ ਕਮਰੇ 'ਚ ਬੰਦ ਕਰਕੇ ਲੌਕ ਲਾ ਦੇਣਾ ਚਾਹੀਦਾ। ਪੁਲਿਸ ਦੀ ਹਾਜ਼ਰੀ ਦੇ ਵਿੱਚ ਉੱਥੇ ਹੀ ਉਹਨਾਂ ਨੂੰ ਕਹਿੰਦੇ ਇਨਵੈਸਟੀਗੇਟ ਕਰੋ, ਉੱਥੇ ਹੀ ਕੈਮਰੇ ਲਾ ਦਿੰਦੇ, ਸਾਰਾ ਦੇਸ਼ ਸਾਰੀ ਦੁਨੀਆ ਵੇਖਦੀ ਕਿ ਇਸ ਵਿਅਕਤੀ ਦੇ ਪਿੱਛੇ ਕੌਣ ਆ। ਜੇ ਉਹ ਮਾਨਸਿਕ ਰੋਗੀ ਆ ਤੇ ਦੁਨੀਆ ਭਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪਰਖਣ ਲਈ, ਜੇ ਤੁਹਾਨੂੰ ਆਪਣੀ ਪੁਲਿਸ ਤੇ ਬਿਲਕੁਲ ਤੁਹਾਨੂੰ ਆਪਣੀ ਪੁਲਿਸ ਦੇ ਉੱਤੇ ਕੋਈ ਇਨਸਾਫ ਦੀ ਨਹੀਂ ਹੈਗੀ, ਤੁਹਾਨੂੰ ਦੇਸ਼ ਦੀ ਨਹੀਂ ਹੈਗੀ, ਤੇ ਬਾਹਰੋਂ ਸੱਦ ਲਓ। ਤੁਸੀਂ ਹਰ ਤਰ੍ਹਾਂ ਦੇ ਡਾਕਟਰ ਮੁਹੱਈਆ ਕਰਾਓ, ਪਤਾ ਲੱਗੇ ਨਾ ਦੇ ਅੰਦਰ ਕੀ ਚੱਲ ਰਿਹਾ। ਔਰ ਇਹ ਕਵਾਇਦ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਵਿਲਨ ਬਣਾਉਣ ਦੀ ਲੋੜ ਨਹੀਂ ਪੈਂਦੀ। ਮੈਂ ਨਹੀਂ ਸਮਝਦਾ ਕਿ ਜਿਹੜਾ ਸਿੱਖ ਹੈ ਉਹ ਕਾਤਲ ਹੋਵੇ। ਇਹ ਮੈਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ, ਪਰ ਮੌਕੇ ਦੀ ਨਜਾਕਤ ਹੈ। ਤੁਸੀਂ ਉੱਥੇ ਕੀ ਕਰ ਸਕਦੇ ਹੋ? ਤੁਹਾਡਾ ਵੀ ਖੂਨ ਖੋਲੂਗਾ। 2 ਪਹਿਲੂ ਨੇ ਜੀ, ਇੱਕ ਪਾਸੇ ਤੁਹਾਡੇ ਅੰਦਰ ਦਾ ਦਰਦ ਬੇਸ਼ੁਮਾਰ ਆ, ਬੇਪਨਾਹ, ਦੂਜੇ ਪਾਸੇ ਤੁਹਾਡੇ ਸਾਹਮਣੇ ਦੁਨੀਆ ਭਰ ਦੇ ਉਹ ਪੈਮਾਨੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਇੱਕ ਮਨੁੱਖ ਵਾਂਗ ਵਿਚਰਨਾ ਹੈ। ਮੈਂ ਕਿਹੜੇ ਰਾਹ ਲੰਘਾਂ ਮੈਨੂੰ ਨਹੀਂ ਸਮਝ ਆਉਂਦੀ। ਮਨਪ੍ਰੀਤ ਜੀ, ਮੈਂ ਤੁਹਾਡੀ ਗੱਲ ਕੱਟ ਕੇ ਕੀਤੀ, ਉਹਦੇ ਲਈ ਮਾਫੀ, ਪਰ ਮੈਂ ਹੁਣ ਵੀ ਦੁਬਦਾ ਚਾਹਾਂ ਕਿ ਠੀਕ ਹੋਇਆ ਕਿ ਗਲਤ ਹੋਇਆ। ਗਲਤ ਤਾਂ ਹੋਇਆ ਹੀ ਹੈ, ਦੋਵੇਂ ਪਾਸੇ ਹੋਇਆ। ਬੇਅਦਬੀ ਕਰਨ ਦੀ ਕੋਸ਼ਿਸ਼ ਗਲਤ ਆ, ਲੇਕਿਨ ਉਸ ਮੋਹਰੇ ਦੇ ਪਿੱਛੇ ਸਾਜ਼ਿਸ਼ ਦਾ ਘਾੜਾ ਕੌਣ ਆ, ਅਸੀਂ ਉੱਥੋਂ ਤੱਕ ਨਹੀਂ ਪਹੁੰਚ ਸਕੇ। ਇੱਕ ਬੰਦੇ ਦੇ ਜਾਣ ਨਾਲ, ਮਰ ਜਾਣ ਨਾਲ ਸੁਨੇਹਾ ਤੇ ਜਾਂਦਾ ਹੈ ਕਿ ਅਗਲੀ ਵਾਰੀ ਉੱਥੇ ਜਾਣ ਤੋਂ ਪਹਿਲਾਂ 100 ਵਾਰੀ ਸੋਚੋ, ਬਚ ਕੇ ਨਹੀਂ ਆਇਆ ਜਾਣਾ। ਲੇਕਿਨ ਉਹਦੇ ਨਾਲ ਨਾਲ ਇਹ ਦੇਖਣ ਦੀ ਲੋੜ, ਜਿਹੜੀ ਕਦੇ ਕਿਸੇ ਤੁਸੀਂ ਹਰ ਜਗ੍ਹਾ ਦਰਬਾਰ ਸਾਹਿਬ ਨਹੀਂ ਵੇਖ ਸਕਦੇ, ਪਿੰਡ ਦੇ ਉਹ ਇੱਕ ਕਮਰੇ 'ਚ ਚੱਲਦੇ ਗੁਰੂ ਘਰ ਨੂੰ ਵੀ ਦੇਖੋ ਨਾ, ਗੁਰੂ ਗ੍ਰੰਥ ਸਾਹਿਬ ਤਾਂ ਸੇਮ ਨੇ ਨਾ। ਸੋ ਮੈਨੂੰ ਇੰਝ ਲੱਗਦਾ ਕਿ ਇੰਨੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ। ਸਾਨੂੰ ਸਾਜ਼ਿਸ਼ ਤੱਕ ਪਹੁੰਚਣਾ ਚਾਹੀਦਾ ਕਿ ਆਖਿਰ ਕੌਣ ਕਰਾਉਂਦੇ ਨੇ। ਕੋਈ ਸਿਆਸਤ ਹੈ, ਕੋਈ ਭਾਈਚਾਰਕ ਵਖਰੇਵੇਂ ਆ, ਕੋਈ ਕਿਸੇ ਦੀ ਨਿੱਜੀ ਪੰਗੇਬਾਜ਼ੀ ਹੈ ਕਿਸੇ ਸਿੱਖ ਨਾਲ। ਇਹ ਸਮਝਣ ਦੀਆਂ ਬੜੀਆਂ ਜ਼ਰੂਰਤਾਂ। ਤੁਸੀਂ 2016 ਦੀ ਗੱਲ ਕਰ ਰਹੇ ਸੀ ਜੀ। ਮੈਂ 2016 ਦੀ ਗੱਲ ਕਰ ਰਿਹਾ ਸੀ। ਉੱਥੇ ਆਲਮਗੀਰ ਸਾਹਿਬ ਜਿਹੜਾ ਗੁਰਦੁਆਰਾ, ਉੱਥੇ ਇੱਕ ਬਲਵਿੰਦਰ ਕੌਰ ਨਾਮ ਦੀ ਜਿਹੜੀ ਔਰਤ ਸੀ, ਉਹਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਬਾਅਦ ਦੇ ਵਿੱਚ ਉਹ 2 ਨੌਜਵਾਨਾਂ ਨੂੰ, ਉਹਨਾਂ ਨੂੰ ਸਜ਼ਾਵਾਂ ਹੋਈਆਂ। ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਉਸ ਤੇ ਆਉਣਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹੋ ਜਿਹੀਆਂ ਘਟਨਾਵਾਂ ਦੇ ਬਾਅਦ ਸਰਕਾਰਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ।
ਉਸ ਤੇ ਹੋਰ ਭਾਰ ਪੈਂਦਾ ਕਿ ਉਹ ਜਲਦੀ ਤੋਂ ਜਲਦੀ ਲੋਕਾਂ ਨੂੰ ਇਨਸਾਫ ਦੇਣ। ਲੇਕਿਨ ਨਾਲ ਦੀ ਨਾਲ ਤੁਸੀਂ ਦੇਖੋ, ਸਾਡੀ ਵੀ ਬਤੌਰ ਨਾਗਰਿਕ ਜਾਂ ਸਾਡੀ ਵੀ ਬਤੌਰ ਮਾਸ਼ਰਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ। ਤੁਸੀਂ ਦੇਖੋ, ਅਕਸਰ ਜਿਹੜੀਆਂ ਸਰਕਾਰਾਂ ਨੂੰ ਅਸੀਂ ਚੁਣਦੇ ਆ ਰੰਧਾਵਾ ਜੀ, ਉਹ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਦੀਆਂ, ਉਹ ਸਾਡੀਆਂ ਆਸਾਂ ਤੇ ਖਰਾ ਨਹੀਂ ਉਤਰਦੀਆਂ। ਅਕਸਰ ਸਾਡੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ। ਕੋਈ ਵੀ ਚੋਣ ਮੈਨੀਫੈਸਟੋ, ਕੋਈ ਵੀ ਸਰਕਾਰ ਬਣਾਵੇ, ਉਹ ਵਾਅਦੇ ਪੂਰੇ ਨਹੀਂ ਕਰਦੀਆਂ। ਲੇਕਿਨ ਫਿਰ ਵੀ ਅਸੀਂ ਉਸ ਲੋਕਤੰਤਰ ਦੀ ਦੁਹਾਈ ਦਿੰਨੇ ਆ, ਜਾ ਕੇ ਵੋਟਾਂ ਪਾਉਂਦੇ ਆ। ਹਰੇਕ ਵਾਰੀ ਅਸੀਂ ਸੋਚਦੇ ਆ ਕਿ ਸ਼ਾਇਦ ਇਸ ਵਾਰੀ ਕੋਈ ਵਧੀਆ ਬੰਦਾ ਆ ਜਾਊ। ਸੋ ਇਸੇ ਕਰਕੇ ਸਾਨੂੰ ਉਸ ਕਾਨੂੰਨ ਵਿਵਸਥਾ ਦੇ ਵਿੱਚ ਯਕੀਨ ਕਰਨਾ ਪਊਗਾ, ਚਾਹੇ ਉਹ ਕਿੰਨੀ ਵੀ ਲੱਚਰ ਕਿਉਂ ਨਾ ਹੋ ਗਈ ਹੋਵੇ। ਸਾਨੂੰ ਉਸ, ਕਿਉਂਕਿ ਅਸੀਂ ਹਰ ਚੀਜ਼ ਆਪਣੇ ਹੱਥ 'ਚ ਨਹੀਂ ਲੈ ਸਕਦੇ, ਅਸੀਂ ਜੀ। ਬਨਾਨਾ ਰਿਪਬਲਿਕ ਨਹੀਂ ਬਣ ਸਕਦੇ। ਆਖਰਕਾਰ ਅਸੀਂ ਇੱਕ ਸਿਸਟਮ 'ਚ ਰਹਿਣਾ ਹੈ। ਇਹ ਗੱਲ ਠੀਕ ਆ ਤੁਹਾਡੀ, ਚਾਹੇ ਜਿੰਨੇ ਮਰਜ਼ੀ। ਆਮ ਤੌਰ ਤੇ ਬਹੁਤ ਸਾਰੇ ਜਿਹੜੇ ਕਤਲ ਹੁੰਦੇ ਆ, ਆਮ ਤੌਰ ਤੇ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ, ਉਹਦੇ ਪਿੱਛੇ ਵੀ ਕੋਈ ਨਾ ਕੋਈ ਕਹਾਣੀ ਜ਼ਰੂਰ ਹੁੰਦੀ ਆ। ਹਰ ਕੋਈ ਵਿਅਕਤੀ ਨੂੰ ਲੱਗਦਾ ਕਿ ਜੇ ਮੈਂ ਇਹ ਕਾਰਾ ਕੀਤਾ ਤੇ ਸ਼ਾਇਦ ਮੈਂ ਜਸਟੀਫਾਈਡ ਆ, ਲੇਕਿਨ ਉਹ ਕਾਨੂੰਨ ਨੇ ਦੇਖਣਾ ਕਿ ਉਹ ਜਸਟੀਫਾਈਡ ਹੈ ਜਾਂ ਕਿਸ ਕਰਕੇ ਹੋਇਆ। ਇਹ ਗੱਲ ਤੁਹਾਡੀ ਮੈਂ ਬਿਲਕੁਲ ਮੰਨਦਾ ਕਿ ਜਜ਼ਬਾਤ ਹੁੰਦੇ ਨੇ, ਜਜ਼ਬਾਤ ਭੜਕਦੇ ਨੇ, ਔਰ ਖਾਸ ਤੌਰ ਤੇ ਜਦੋਂ ਇਨਸਾਫ ਨਹੀਂ ਮਿਲਦਾ, ਹੁਣ ਉਸ ਦੌਰਾਨ ਜਿਹੜਾ ਸਮੂਹ ਜਜ਼ਬਾਤ ਆ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਪਿਛਲੇ ਦਿਨਾਂ ਦੇ ਦੌਰਾਨ ਲਗਾਤਾਰ ਟਿਫਨ ਬੰਬਸ ਮਿਲ ਰਹੇ ਨੇ। ਪਿਛਲੇ ਦਿਨਾਂ ਦੇ ਦੌਰਾਨ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕੀਤੀ ਆ, ਉਹ ਕਹਿੰਦੇ ਜਿਹੜੇ ਗ੍ਰਹਿ ਮੰਤਰੀ ਆ ਪੰਜਾਬ ਦੇ, ਸੁਖਜਿੰਦਰ ਸਿੰਘ ਰੰਧਾਵਾ, ਤੇ ਉਹ ਜ਼ਿਆਦਾ ਧਿਆਨ ਆਪਣੇ ਮੰਤਰਾਲਿਆਂ ਵੱਲ ਦੇਣ, ਆਪਣੇ ਡਿਪਾਰਟਮੈਂਟ ਵੱਲ ਦੇਣ। ਨਾਲ ਹੀ ਉਹ ਡਰੋਨਸ ਦੀ ਗੱਲ ਵੀ ਕਰਦੇ ਆ, ਤੇ ਚੰਨੀ ਨੂੰ ਵੀ ਉਹ ਕਹਿੰਦੇ ਆ ਕਿ ਭੰਗੜੇ ਪਾਉਣਾ ਛੱਡੋ। ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਆ, ਤੁਸੀਂ ਆਪਣੇ ਗ੍ਰਹਿ ਮੰਤਰੀ ਨੂੰ ਕਹੋ ਕਿ ਉਹ ਧਿਆਨ ਦੇਣ। ਲੇਕਿਨ ਕਿਤੇ ਨਾ ਕਿਤੇ ਇੱਕ ਮਾਹੌਲ ਸਿਰਜਿਆ ਜਾ ਰਿਹਾ, ਕਿਤੇ ਨਾ ਕਿਤੇ ਮਾਹੌਲ ਬਣਾਇਆ ਜਾ ਰਿਹਾ। ਚੋਣਾਂ ਨੇੜੇ ਆ, ਕੁਝ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਹੋ ਰਹੀਆਂ। ਤੁਸੀਂ ਦੇਖੋ 2015 ਤੋਂ ਬਾਅਦ 17 ਦੀਆਂ ਚੋਣਾਂ ਆਉਂਦੀਆਂ, ਉਸ ਵੇਲੇ ਵੀ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਸੀ। ਆਮ ਆਦਮੀ ਪਾਰਟੀ ਦਾ ਬੜਾ ਉਭਾਰ ਸੀ, ਸਡਨਲੀ ਇੰਨਾ ਕੁਝ ਹੋਣ ਲੱਗ ਗਿਆ। ਔਰ ਤੁਸੀਂ ਦੇਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਨਹੀਂ, ਈਵਨ ਕਿ ਭਗਵਤ ਗੀਤਾ, ਕੁਰਾਨ ਸ਼ਰੀਫ, ਬਾਈਬਲ, ਇਹੋ ਜਿਹੀਆਂ ਚੀਜ਼ਾਂ ਵੀ ਕੋਸ਼ਿਸ਼ ਕੀਤੀ ਗਈ ਕਿਸੇ ਨਾ ਕਿਸੇ ਤਰ੍ਹਾਂ ਇਸ ਜੀ। ਭਾਈਚਾਰੇ ਨੂੰ ਤੋੜਿਆ ਜਾਵੇ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਬਿਲਕੁਲ। ਮੈਂ ਜੇ ਇਸ ਜਗ੍ਹਾ ਤੋਂ ਦੂਰ ਤੱਕ ਬੈਠ ਕੇ ਦੇਖਾਂ ਤਾਂ ਮੈਨੂੰ ਇੰਝ ਲੱਗਦਾ ਕਿ ਜੇ ਹਿੰਦੂ ਵੋਟਰ ਦੇ ਮਨ 'ਚ ਡਰ ਆ, ਤਾਂ ਕੁਦਰਤੀ ਤੌਰ ਤੇ ਉਹ ਇੱਕ ਧਰੁਵੀਕਰਨ ਵੀ ਹੋਣ ਵਾਲਾ ਹੈ। ਇੱਕ ਸੁਰੱਖਿਆ ਦੀ ਭਾਵਨਾ ਚੋਂ ਅੰਦਰ ਇੱਕ ਭਾਵਨਾ ਜਨਮਦੀ ਹੁੰਦੀ ਆ ਫੇਵਰ ਦੀ। ਸਾਨੂੰ ਫੇਵਰ ਕਿੱਥੋਂ ਮਿਲਦੀ ਹੈ? ਕੌਣ ਸਾਡੇ ਮਾਮਲੇ ਦੇਖ ਸਕਦਾ ਹੈ? ਕੌਣ ਕਿੱਥੇ ਜਾ ਕੇ ਸਾਨੂੰ ਸੁਰੱਖਿਆ ਦੇਣ ਦੀ ਹਾਮੀ ਭਰ ਸਕਦਾ ਹੈ? ਉਹ ਮੈਨੂੰ ਲੱਗਦਾ ਹੈ ਕਿ ਕਵਾਇਦ ਅਗਲੇ ਦਿਨਾਂ 'ਚ ਅੱਗੇ ਵਧੂਗੀ। ਇਲੈਕਸ਼ਨ ਨੂੰ ਲੈ ਕੇ ਹੁਣ ਬਹੁਤ ਕੁਝ ਹੋਣ ਵਾਲਾ। ਕਿਹਨੂੰ ਕਿਸ ਧਿਰ ਨੂੰ ਇਸ ਤਰ੍ਹਾਂ ਦੇ ਮਾਹੌਲ ਦਾ ਫਾਇਦਾ ਹੁੰਦਾ, ਜਮਾ ਘਟਾਓ ਕਰਨ ਵਾਲੇ, ਮਾਪਣ ਵਾਲੇ ਮਾਪਣ ਲੱਗੇ ਹੋਣਗੇ। ਔਰ ਸਾਡੇ ਨਾਲੋਂ ਦਰਸ਼ਕ ਸਾਡੇ ਜ਼ਿਆਦਾ ਅਹਿਮ ਨੇ। ਮੈਂ ਕੋਈ ਨਾਂ ਲੈ ਕੇ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਧਰੁਵੀਕਰਨ ਦੀ ਰਾਜਨੀਤੀ ਚੱਲਣੀ ਹੈ ਔਰ ਚੱਲਦੀ ਪਈ ਆ। ਪੰਥਕ ਵੋਟ, ਸਿੱਖ ਵੋਟ, ਹਾਰਡਲਾਈਨਰ ਸਿੱਖ, ਨਰਮਗੋਸ਼ਾ ਰੱਖਣ ਵਾਲੇ ਸਿੱਖ, ਹਿੰਦੂ ਵਪਾਰੀ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਵੰਡ ਹੋਣਾ, ਦਲਿਤ ਵੋਟ ਜਿਹਨੂੰ ਅਸੀਂ ਅਨੁਸੂਚਿਤ ਜਾਤੀਆਂ ਦੀ ਕਹਿੰਦੇ, ਉਹ ਸਾਰੀਆਂ ਚੀਜ਼ਾਂ ਮਾਪੀਆਂ ਜਾ ਰਹੀਆਂ ਔਰ ਇਹ ਪਾਣੀ ਚੈੱਕ ਕੀਤੇ ਜਾ ਰਹੇ ਆ ਕਿ ਕੌਣ ਕਿੰਨੇ ਪਾਣੀ 'ਚ ਹੈ। ਜੇ ਮੈਂ ਇਹਦੇ ਨਾਲ ਹੀ ਅੱਗੇ ਵੀ ਗੱਲ ਤੋਰ ਲਾਂ, ਅਸੀਂ ਗੱਲ ਜਾਣਦੇ ਹਾਂ ਕਿ ਬ੍ਰਹਮਪੁਰਾ ਔਰ ਢੀਂਡਸਾ ਦੇ ਵਿੱਚ ਕੀ ਵਾਪਰਿਆ, ਲੇਕਿਨ ਉਸ ਤੋਂ ਪਹਿਲਾਂ ਚੱਲੀਏ ਜਰਾ ਮੁੱਖ ਮੰਤਰੀ ਤੇ ਪ੍ਰਦੇਸ਼ ਪ੍ਰਧਾਨ ਸਿੱਧੂ ਦੇ ਵਿੱਚ। ਦੇਖੋ, ਅਮਰਿੰਦਰ ਸਿੰਘ ਦੇ ਉੱਤੇ ਸਾਰੀ ਦੀ ਸਾਰੀ ਜਿੰਨੀ ਐਂਟੀ ਇਨਕੰਬੈਂਸੀ ਪਾ ਕੇ ਤੇ ਆਪਾਂ ਨਿਕਲ ਆਏ। ਉਸ ਤੋਂ ਬਾਅਦ ਚੰਨੀ ਸਾਹਿਬ ਦਾ ਚਿਹਰਾ ਆਮ ਆਦਮੀ ਪਾਰਟੀ ਦਾ ਚਿਹਰਾ ਹੋ ਗਿਆ। ਆਮ ਆਦਮੀ ਪਾਰਟੀ ਦਾ ਨਹੀਂ, ਸੌਰੀ, ਆਮ ਆਦਮੀ ਦਾ ਚਿਹਰਾ ਹੋ ਗਿਆ। ਸੋ ਅੱਜ ਤੱਕ ਆਉਂਦਿਆਂ ਉਹਨਾਂ ਨੂੰ ਵੀ ਐਲਾਨਜੀਤ ਕਹਿਤਾ ਜਾਂ ਬਾਕੀ ਉਹਨਾਂ ਦੀ ਇਮੇਜ ਜਿਹੜੀ ਆ, ਉਹਨਾਂ ਦੇ ਪਾਰਟੀ ਪ੍ਰਧਾਨ ਨੇ ਕਈ ਥਾਈਂ ਲੀਰੋ ਲੀਰ ਕਰਤੀ। ਹੈ ਨਹੀਂ ਕੱਖ ਵੀ ਪੱਲੇ, ਇਹਨਾਂ ਦੇ ਮਾਡਲ 'ਚ ਦਮ ਹੈ ਨਹੀਂ, ਪੈਸੇ ਕਿੱਥੋਂ ਲਿਆਉਣੇ, ਹਰ ਦਿਨ ਬਹੁਤ ਜ਼ਿਆਦਾ ਮੁਸ਼ਕਲ ਬਣੀ। ਹੁਣ ਸ਼ਾਇਦ ਚੰਨੀ ਸਾਹਿਬ ਨੂੰ ਸਮਝ ਆ ਗਈ ਕਿ ਹੁਣ ਇਹ ਮੇਰੀ ਸਿਆਸੀ ਕੀ ਕਹਿੰਦੇ ਹੁੰਦੇ ਜੀ, ਲਾਸ਼ ਨਹੀਂ ਕਹਿਣਾ ਚਾਹੀਦਾ, ਮੇਰੀ ਸਿਆਸਤ ਤੇ ਪੈਰ ਰੱਖ ਕੇ ਅਗਲੀ ਸਿਆਸਤ ਕਰਨਾ ਚਾਹੁੰਦੇ ਆ ਸਿੱਧੂ ਸਾਹਿਬ। ਉਹ ਕਹਿੰਦੇ ਜੋ ਕੁਛ ਆ ਸਿੱਧੂ ਸਾਹਿਬ ਦਾ ਮੁੱਖ ਮੰਤਰੀ ਤੇ ਉਹੀ ਨੇ। ਸੁਨੇਹਾ ਵੀ ਪਿਛਲੇ 3-4 ਦਿਨ ਤੋਂ ਇਹੀ ਜਾ ਰਿਹਾ ਕਿ ਉਹ ਕਹਿੰਦੇ ਜੀ ਸਾਰੇ ਫੈਸਲੇ ਤਾਂ ਸਿੱਧੂ ਸਾਹਿਬ ਕਰ ਰਹੇ। ਡੀਜੀਪੀ ਲੱਗਣ ਵਾਲਾ ਫੈਸਲਾ ਦਿਸਣਾ ਸ਼ੁਰੂ ਹੋ ਗਿਆ, ਏਜੀ ਵਾਲਾ ਦਿਸਣਾ ਸ਼ੁਰੂ ਹੋ ਗਿਆ, ਹੋਰ ਬਹੁਤ ਸਾਰੇ ਚੋਣ ਕਮੇਟੀ ਦੇ ਜਿਹੜੇ ਉਹ ਪ੍ਰਧਾਨ। ਇਹਦਾ ਮਤਲਬ ਹੈ ਲੋਕ 3 ਜਾਂ 4 ਮਹੀਨੇ ਦੀ ਸਰਕਾਰ ਨੂੰ ਸਿੱਧੂ ਦੀ ਸਰਕਾਰ ਕਹਿਣ। ਅੱਛਾ, ਇੱਕ ਛੋਟਾ ਜਿਹਾ ਸਵਾਲ ਮੈਂ ਤੁਹਾਨੂੰ ਹੋਰ ਛੱਡ ਦੇਣਾ। ਮੰਨ ਲਓ ਜੇ ਸਿੱਧੂ ਮੁੱਖ ਮੰਤਰੀ ਹੁੰਦੇ ਤੇ ਕੀ ਕਰਦੇ? ਅੱਜ ਜਿਹੜੇ ਕਟਹਿਰੇ 'ਚ ਚੰਨੀ ਸਾਹਿਬ ਨੇ, ਸ਼ਾਇਦ ਸਿੱਧੂ ਸਾਹਿਬ ਵੀ ਇਸੇ 'ਚ ਹੁੰਦੇ, ਕਿਉਂਕਿ ਹੋਣਾ ਹਾਣਾ ਕੱਖ ਨਹੀਂ ਸੀ।
ਕਿਉਂਕਿ ਵਿਲ ਪਾਵਰ ਦੇ ਨਾਲ ਨਾਲ ਤੁਹਾਨੂੰ ਅਫਸਰਾਂ ਦੀ ਫੁੱਲ ਸਪੋਰਟ ਚਾਹੀਦੀ ਹੁੰਦੀ, ਜਿਹੜੀ ਇੱਥੇ ਆ ਕੇ ਮਿਲਣੀ ਸ਼ਾਇਦ ਸੌਖੀ ਨਹੀਂ ਹੁੰਦੀ। ਹੁਣ ਸਿੱਧੂ ਆਪਣੇ ਮੁੱਖ ਮੰਤਰੀ ਨੂੰ ਕ੍ਰਿਟਿਸਾਈਜ਼ ਕਰਕੇ, ਅਕਾਲੀਆਂ ਨੂੰ ਹੱਥ ਪਾ ਕੇ, ਅਮਰਿੰਦਰ ਸਿੰਘ ਨੂੰ ਡਿਸਕਾਰਡਡ ਦੱਸ ਕੇ ਅਗਲੇ 5 ਸਾਲ ਚਾਹੁੰਦੇ ਆ, ਲੇਕਿਨ ਇਹ ਚੰਨੀ ਅਮਰਿੰਦਰ ਸਿੰਘ ਨਹੀਂ ਗੇ। ਉਹਨਾਂ ਨੇ ਆਪਣੀ ਗੇਮ ਖੇਡਣੀ ਸ਼ੁਰੂ ਕਰਤੀ, ਔਰ ਇਹ ਗੇਮ ਅਗਲੇ ਦਿਨਾਂ ਦੇ ਵਿੱਚ ਵਿਚਾਰਗੀ ਵਾਲੀ ਹੋਊਗੀ, ਹਮਦਰਦੀ ਪੂਰੀ ਲੈਣ ਦੀ ਕੋਸ਼ਿਸ਼ ਕਰਨਗੇ। ਸਿੱਧੂ ਮੈਂ ਤੋਂ ਮੈਂ ਤੱਕ ਜਾਣਗੇ, ਚੰਨੀ ਤੂੰ ਤੋਂ ਤੂੰ ਤੱਕ ਜਾਣਗੇ, ਤੇ ਮੈਨੂੰ ਲੱਗਦਾ ਕਿ ਕੰਮ ਖਰਾਬ ਹੋਣ ਵਾਲਾ ਹੈ। ਤੇ ਹੁਣ ਤੁਹਾਡੀ ਟਿੱਪਣੀ। ਕੈਪਟਨ ਅਮਰਿੰਦਰ ਸਿੰਘ ਜਿਹੜੀ ਆਪਣੀ ਐਡਮਿਨਿਸਟ੍ਰੇਸ਼ਨ ਚਲਾਉਂਦੇ ਸੀ, ਆਪਣਾ ਪ੍ਰਸ਼ਾਸਨ ਚਲਾਉਂਦੇ ਸੀ, ਉਹ ਸਾਰਾ ਦਾ ਸਾਰਾ ਅਫਸਰਾਂ ਰਾਹੀਂ ਚਲਾਉਂਦੇ ਸੀ। ਇਹ ਉਹਨਾਂ ਬਾਰੇ ਗੱਲ ਮਸ਼ਹੂਰ ਸੀ, ਉਹਨਾਂ ਦੀ ਪਹਿਲੀ ਟਰਮ ਦੇ ਵਿੱਚ ਵੀ ਤੇ ਦੂਸਰੀ ਟਰਮ ਦੇ ਵਿੱਚ ਵੀ ਸਾਰਾ ਕੁਝ ਦਾਰੋਮਦਾਰ ਉਹਨਾਂ ਤੇ ਨਿਰਭਰ ਸੀ। ਪ੍ਰਕਾਸ਼ ਸਿੰਘ ਬਾਦਲ ਦਾ ਜੇ ਪ੍ਰਸ਼ਾਸਨ ਦੇਖੀਏ ਤਾਂ ਕਿਤੇ ਨਾ ਕਿਤੇ ਆਪਣੇ ਹੱਥ 'ਚ ਕਈ ਚੀਜ਼ਾਂ ਰੱਖਦੇ ਸੀ, ਇੰਨੀ ਖੁੱਲ੍ਹ ਨਹੀਂ ਸੀ ਦਿੰਦੇ। ਇਹ ਫਰਕ ਸੀ। ਸਲਾਹੀਅਤ ਹੋਣੀ, ਕਾਬਲੀਅਤ ਹੋਣੀ, ਅਫਸਰਸ਼ਾਹੀ ਤੋਂ ਕਿਸ ਤਰ੍ਹਾਂ ਦਾ ਕੰਮ ਲੈਣਾ, ਇਹ ਇੱਕ ਪੋਲੀਟੀਸ਼ੀਅਨ, ਇੱਕ ਨੇਤਾ, ਇੱਕ ਸਿਆਸੀ ਨੇਤਾ ਤੇ ਨਿਰਭਰ ਬਹੁਤ ਜ਼ਿਆਦਾ ਕਰਦਾ। ਤੁਸੀਂ ਜਿੰਨੀਆਂ ਮਰਜ਼ੀ ਭਾਸ਼ਣ ਦੇ ਲਓ, ਕਿੰਨੀਆਂ ਮਰਜ਼ੀ ਸਪੀਚਸ ਕਰ ਲਓ, ਜੋ ਮਰਜ਼ੀ ਕਹਿ ਦਿਓ, ਕਿਸੇ ਖਿਲਾਫ ਕਿੰਨੇ ਮਰਜ਼ੀ ਦੋਸ਼ ਲਾਓ, ਲੇਕਿਨ ਜਦੋਂ ਤੁਸੀਂ ਕਿਸੇ ਵੱਡੀ ਐਡਮਿਨਿਸਟ੍ਰੇਟਿਵ ਕੁਰਸੀ ਤੇ ਬਹਿੰਦੇ ਹੋ, ਕਿਸੇ ਵੱਡੇ ਅਹੁਦੇ ਤੇ ਬਹਿੰਦੇ ਹੋ, ਤਾਂ ਤੁਹਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਬਹੁਤ ਵੱਧ ਜਾਂਦੀਆਂ। ਨਵਜੋਤ ਸਿੰਘ ਸਿੱਧੂ ਲਈ ਰੈਲੀਆਂ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਕਰਨੇ, ਤੇ ਜੇ ਤੁਸੀਂ ਗੱਲ ਬਿਲਕੁਲ ਠੀਕ ਕਹੀ ਆ, ਜੇ ਚਰਨਜੀਤ ਸਿੰਘ ਚੰਨੀ ਦੀ ਜਗ੍ਹਾ ਤੇ ਉਹ ਹੁੰਦੇ ਆਪ ਨਵਜੋਤ ਸਿੰਘ ਸਿੱਧੂ, ਤੇ ਫੇਰ ਪਤਾ ਲੱਗਦਾ ਕਿ ਕਿਸ ਭਾਅ ਵਿਕਦੀ ਆ। ਇਹ ਗੱਲ ਵੀ ਜ਼ਰੂਰ ਆ, ਲੇਕਿਨ ਨਾਲ ਦੀ ਨਾਲ ਅਸੀਂ, ਕਿਉਂਕਿ ਹੋ ਸਕਦਾ ਇਹ ਜਿਹੜਾ ਸਾਡਾ ਐਨਾਲਿਸਿਸ ਹੋਵੇ, ਵਿਸ਼ਲੇਸ਼ਣ ਹੋਵੇ, ਇਹ ਹਾਈਪੋਥੈਟੀਕਲ ਹੋਵੇ, ਸਿਰਫ ਇਸੇ ਕਰਕੇ ਕਿ ਅਸੀਂ ਏਦਾਂ ਸੋਚਦੇ ਹਾਂ। ਜਦੋਂ ਉਹ ਵਿਅਕਤੀ ਕਦੇ ਆਊਗਾ, ਸ਼ਾਇਦ ਕਦੇ ਉਹਨੂੰ ਜੇ ਮੌਕਾ ਮਿਲੇ ਤਾਂ ਸ਼ਾਇਦ ਕੁਝ ਗੱਲ ਹੋਰ ਵੀ ਹੋ ਸਕਦੀ। ਲੇਕਿਨ ਇੱਕ ਗੱਲ ਜ਼ਰੂਰ ਆ ਕਿ ਚਰਨਜੀਤ ਸਿੰਘ ਚੰਨੀ ਹੋਣਾ ਨੇ ਇੰਨੇ ਦਿਨਾਂ ਦੇ ਦੌਰਾਨ ਬਤੌਰ ਮੁੱਖ ਮੰਤਰੀ ਇਹ ਗੱਲ ਸਮਝ ਲਈ ਆ ਕਿ ਜਿਹੜੀ ਚੀਜ਼ ਜੇ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਜਿਹੜਾ ਠਿਕਰਾ ਫੋੜਿਆ ਸੀ, ਉਹ ਕਿਤੇ ਮੇਰੇ ਸਿਰ ਤੇ ਨਾ ਭੰਨ ਦੇਣ, ਕਿਤੇ ਮੈਨੂੰ ਨਾ ਉਸ ਦਾ ਬਲੀ ਦਾ ਬੱਕਰਾ ਬਣਾ ਲੈਣ ਕਿ ਇਹਨਾਂ ਨੂੰ ਅੱਗੇ ਕੀਤਾ ਸੀ, ਦੇਖੋ ਇਹਨਾਂ ਤੋਂ ਤਾਂ ਕੁਝ ਹੋਇਆ ਨਹੀਂ, ਹੁਣ ਮੈਨੂੰ ਮੁੱਖ ਮੰਤਰੀ ਬਣਾਓ। ਇਹ ਗੱਲ ਉਹਨਾਂ ਨੂੰ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਮੈਂ ਦੇਖ ਰਿਹਾ ਉਹ ਥੋੜਾ ਚੁੱਪ ਕਰ ਗਏ ਨੇ, ਥੋੜਾ ਸੰਜੀਦਗੀ ਦੇ ਨਾਲ ਬੋਲਦੇ ਨੇ, ਘੱਟ ਬੋਲਦੇ ਨੇ। ਉਹਨਾਂ ਨੂੰ ਅਸੀਂ ਹੁਣ ਅਕਸਰ ਉਸ ਤਰ੍ਹਾਂ ਦੀਆਂ ਫੇਰੀਆਂ 'ਚ ਨਹੀਂ ਦੇਖਦੇ, ਬੜਾ ਨਾਪ ਤੋਲ ਕੇ ਬੋਲਦੇ ਆ। ਉਧਰੋਂ ਸਿੱਧੂ ਆ ਜਿਹੜੇ, ਉਹ ਲਗਾਤਾਰ ਆਪਣਾ ਇੱਕ ਮਾਡਲ ਦੱਸ ਰਹੇ ਨੇ, ਉਹ ਪੰਜਾਬ ਮਾਡਲ ਵੀ ਦੱਸਦੇ ਆ ਤੇ ਸਿੱਧੂ ਮਾਡਲ ਵੀ ਦੱਸਦੇ ਆ। ਤੇ ਇਹ ਵੀ ਗੱਲ ਲੱਗ ਰਹੀ ਹੈ ਕਿ ਆਪਣੇ ਆਪ ਨੂੰ ਬਤੌਰ ਮੁੱਖ ਮੰਤਰੀ ਉਹ ਆਲਰੇਡੀ ਆਪਣੇ ਆਪ ਹੀ ਪ੍ਰੋਜੈਕਟ ਕਰ ਰਹੇ ਆ। ਤੁਸੀਂ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਦੇਖੋ ਰੰਧਾਵਾ ਜੀ, ਮੈਂ ਬਸ 1 ਹੀ ਮਿੰਟ ਲਊਂਗਾ, ਉਹਨਾਂ ਦੀਆਂ ਰੈਲੀਆਂ ਦੇ ਵਿੱਚ ਦੇਖੋ ਅਕਸਰ ਉਹ ਹਰ ਕਿਸੇ ਨੂੰ ਥਾਪੀ ਦਿੰਦੇ ਆ ਕਿ ਤੂੰ ਮੇਰਾ ਬੰਦਾ, ਤੇ ਤੇਰੇ ਨਾਲ ਸਿੱਧੂ ਖੜਾ, ਤੇ ਤੈਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ। ਸੋ ਇਹ ਗੱਲ ਤਾਂ ਬਾਅਦ ਚ ਆਉਣੀ ਆ। ਸਕਰੀਨਿੰਗ ਕਮੇਟੀ ਦੇ ਅਜੇ ਮਾਕਨ ਵੀ ਬੈਠੇ ਆ, ਬਾਕੀ ਲੋਕ ਵੀ ਬੈਠੇ ਆ, ਉਹਨਾਂ ਨੇ ਵੀ ਸਾਰਾ ਕੁਝ ਦੇਖਣਾ, ਉੱਤੇ ਹਾਈ ਕਮਾਂਡ ਵੀ ਬੈਠੀ ਹੈ। ਲੇਕਿਨ ਇਸ ਟਾਈਮ ਬਤੌਰ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਉਹਨਾਂ ਨੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜੀ ਰੰਧਾਵਾ ਜੀ। ਪਰ ਇਹ ਇਸ ਤੋਂ ਬਿਨਾਂ ਸ਼ਾਇਦ ਕਾਂਗਰਸ ਕੋਲ ਹੁਣ ਕੋਈ ਗੁਜ਼ਾਰਾ ਵੀ ਨਹੀਂ ਰਿਹਾ। ਉਹਨਾਂ ਦਾ ਥੋੜੇ ਸਮੇਂ ਦਾ ਤਜਰਬਾ ਅਸਫਲ ਹੋਣ ਵੱਲ ਵੱਧ ਰਿਹਾ। ਜਿੰਨੇ ਵੀ ਐਲਾਨ ਹੋਏ ਆ, ਉਹ ਐਲਾਨ ਜ਼ਮੀਨ ਦੇ ਉੱਤੇ ਉਵੇਂ ਨਹੀਂ ਆਉਂਦੇ। ਅੱਜ ਮੈਂ ਦੇਖ ਰਿਹਾ ਸੀ ਕੁਝ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਰੂਪ ਦੇ ਵਿੱਚ ਇਹ ਛਪਿਆ ਸੀ ਕਿ ਅਸੀਂ ਤਾਂ ਬਿਜਲੀ ਸਮਝੌਤੇ ਰੱਦ ਕਰਤੇ। ਹੁਣ ਉਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਅਸੀਂ ਜਿਹੜਾ ਵਾ ਜਿਨ੍ਹਾਂ ਨੇ ਬਿਜਲੀ ਸਮਝੌਤਿਆਂ ਦੇ ਰੂਪ 'ਚ ਲੋਕਾਂ ਨੂੰ ਲੁੱਟਿਆ, ਉਹਨਾਂ ਦੇ ਖਿਲਾਫ ਵਿਜੀਲੈਂਸ ਜਾਂਚ ਵੀ ਕਰਾ ਰਹੇ। ਹੁਣ ਇਹਦੇ ਨਾਲ ਨਾਲ ਇਹਦੇ ਸਮਾਨਾਂਤਰ ਉਹਨਾਂ ਹੀ ਥਰਮਲ ਪਲਾਂਟਾਂ ਤੋਂ ਬਿਜਲੀ ਖਰੀਦੀ ਵੀ ਜਾ ਰਹੀ, ਅੱਜ ਦੇ ਦਿਨ 'ਚ ਵੀ ਉਹ ਚਾਲੂ ਆ। ਇਹ ਕਿਸ ਤਰ੍ਹਾਂ ਦੇ ਰੱਦ ਕੀਤੇ ਆ, ਇਹ ਕਿਸ ਤਰ੍ਹਾਂ ਦੀ ਜਾਂਚ ਹੋ ਰਹੀ ਆ ਵੀ ਉਹਨਾਂ ਦੇ ਦਰਾਂ ਤੇ ਹੀ ਤੁਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇਣ ਲਈ ਤਰਲੇ ਮਾਰਦੇ ਫਿਰਦੇ ਹੋ। ਸੋ ਜਿਹੜੀਆਂ ਆਪਾ ਵਿਰੋਧੀ ਗੱਲਾਂ ਨੇ, ਇਹਨਾਂ ਨੇ ਇੱਕ ਨਾ ਇੱਕ ਦਿਨ ਚੁਰਾਏ 'ਚ ਭੱਜਣਾ ਹੁੰਦਾ। ਇਹੀ ਵਾਪਰ ਰਿਹਾ ਸਰਕਾਰ ਨਾਲ। ਕਾਂਗਰਸ ਦੀ ਇਹ 3-4 ਮਹੀਨੇ ਦੀ ਸਰਕਾਰ ਅਸਰ ਤਾਂ ਛੱਡਿਆ। ਕੈਪਟਨ ਅਮਰਿੰਦਰ ਸਿੰਘ ਨੂੰ ਲੈਣ ਤੋਂ ਬਾਅਦ ਮੁੱਖ ਮੰਤਰੀ ਦਿਸੇ ਵੀ ਆ ਤੇ ਹਰ ਰੂਪ 'ਚ ਦਿਖੇ ਆ। ਪਰ ਹੁਣ ਸਵਾਲ ਇਹ ਆ ਕਿ ਇਸ ਮੁੱਖ ਮੰਤਰੀ ਨਾਲ ਕੀ ਅੱਗੇ ਪਹਾੜੀ ਚੜੀ ਜਾਊ। ਸੋ ਉਹ ਪਹਾੜੀ ਚੜ੍ਹਨ ਦੇ ਜ਼ਿੰਮਾ ਨਵਜੋਤ ਸਿੰਘ ਸਿੱਧੂ ਨੂੰ ਤਰੀਕੇ ਨਾਲ ਸੌਂਪ ਦਿੱਤਾ ਗਿਆ। ਹੁਣ ਸਿੱਧੂ ਇਹ ਵਿਲ ਕਿਵੇਂ ਦਿਖਾ ਸਕਣਗੇ ਕਿ ਜੇ ਉਹ 2 ਸਾਲ ਦਾ ਕਾਰਜਕਾਲ ਉਹਨਾਂ ਦਾ ਦੇਖ ਲਓ ਸਥਾਨਕ ਸਰਕਾਰਾਂ ਵਾਲਾ, ਲੋਕ ਕਹਿਣਗੇ ਯਾਰ ਸਿੱਧੂ ਨੇ ਉੱਥੇ ਕਿਹੜੀ ਮੱਲ ਮਾਰ ਲਈ ਸੀ, ਤੇ ਸਿੱਧੂ ਕਹਿਣਗੇ ਮੈਨੂੰ ਤਾਂ ਕੰਮ ਹੀ ਨਹੀਂ ਕਰਨ ਦਿੱਤਾ ਜੀ, ਮੈਨੂੰ ਤਾਂ ਕੰਮ ਨਹੀਂ ਕਰਨ ਦਿੱਤਾ। ਔਰ ਮੈਨੂੰ ਲੱਗਦਾ ਅਮਰਿੰਦਰ ਸਿੰਘ ਮੰਤਰੀਆਂ ਦੇ ਕੰਮਾਂ 'ਚ ਬਹੁਤਾ ਦਖਲ ਦਿੰਦੇ ਨਹੀਂ ਸੀ। ਜੇ ਤੁਸੀਂ ਬਹੁਤ ਬਰੀਕੀ ਨਾਲ ਉਹਨਾਂ ਦੇ ਕੰਮ 'ਚ ਦੇਖੋਗੇ, ਮੈਂ ਦਾਅਵੇ ਨਾਲ ਕਹਿ ਰਿਹਾ ਕਿ ਅਮਰਿੰਦਰ ਸਿੰਘ ਮੰਤਰੀ ਦਾ ਕੰਮ ਮੰਤਰੀ ਤੇ ਛੱਡਦੇ ਸੀ, ਬਾਦਲ ਨਹੀਂ ਸੀ ਛੱਡਦੇ ਹੁੰਦੇ। ਉਹ ਆਪਣਾ ਅਫਸਰ ਠੋਕ ਕੇ ਰੱਖਦੇ ਹੁੰਦੇ ਸੀ ਮੰਤਰੀ ਨਾਲ, ਲੇਕਿਨ ਛੱਡ ਦਿੰਦੇ ਆ ਗੱਲ। ਹੁਣ ਸਿੱਧੂ ਦੇ ਬਿਨਾਂ ਉਹਨਾਂ ਕੋਲ ਗੁਜ਼ਾਰਾ ਨਹੀਂ ਰਿਹਾ। ਪਰ ਜਿਹੜੀ ਸੁਖਬੀਰ ਸਿੰਘ ਬਾਦਲ ਚੋਣ ਕਮਿਸ਼ਨ ਨੂੰ ਕਹਿ ਰਿਹਾ ਵੀ ਯਾਰ ਸਾਡੇ ਬੰਦੇ ਫੜਨ ਨੂੰ ਫਿਰਦੇ ਆ, ਸਾਡੇ ਤੇ ਇਹਨਾਂ ਨੇ ਪਰਚੇ ਦਰਜ ਕਰਨੇ ਆ, ਜਾਂ ਸਾਡੇ ਖਿਲਾਫ ਬਦਲਾਖੋਰੀ ਹੋਣ ਵਾਲੀ ਆ, ਡੀਜੀਪੀ ਇਹਨਾਂ ਬਦਲ ਲਿਆ,
ਔਰ ਇੱਕ ਅਫਵਾਹ ਚੱਲਦੀ ਰਹੀ ਕਿ ਇੱਕ ਵੱਡੇ ਅਕਾਲੀ ਆਗੂ ਨੂੰ ਹੁਣ ਵੀ ਹੱਥ ਪਿਆ, ਹੁਣ ਵੀ ਹੱਥ ਪਿਆ। ਤੇ ਹੁਣ ਇਸ ਵੇਲੇ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਇਸ ਦੌਰਾਨ ਚ ਵੀ ਅਫਵਾਹ ਹੈ ਕਿ ਦਰਬਾਰ ਸਾਹਿਬ ਵਾਲੀ ਮੰਦਭਾਗੀ ਘਟਨਾ ਨਾ ਵਾਪਰਦੀ, ਕੁਝ ਨਾ ਕੁਝ ਹੋ ਜਾਣਾ ਸੀ, ਕਿਉਂਕਿ ਉਹਨਾਂ ਕੋਲ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਆਪਣੇ ਚੋਣ ਵਾਅਦਿਆਂ ਦੇ ਰੂਪ 'ਚ ਨਸ਼ੇ ਤੇ ਬੇਅਦਬੀ ਦੇ ਮਾਮਲਿਆਂ 'ਚ ਕਾਰਵਾਈ ਕਰਨ ਤੋਂ ਬਿਨਾਂ ਗੁਜ਼ਾਰਾ ਨਹੀਂ, ਭਾਵੇਂ ਜਾਂਦੇ ਹੀ ਕਿਸੇ ਨੂੰ ਜ਼ਮਾਨਤ ਮਿਲ ਜੇ। ਸੋ ਇਹ ਟਿੱਪਣੀ ਮੈਂ ਤੁਹਾਡੀ ਜ਼ਰੂਰ ਲੈਣੀ ਆ ਕਿ ਉਹਨਾਂ ਨੇ ਚੋਣ ਕਮਿਸ਼ਨ ਨੂੰ ਕਿਹਾ, ਭਾਈ ਇਹਨਾਂ ਤੇ ਨੱਥ ਪਾਓ, ਆਪ ਉਧਰੇ ਹੋਏ ਫਿਰਦੇ ਆ, ਸਾਨੂੰ ਮਿੱਧਣ ਨੂੰ ਫਿਰਦੇ ਆ। ਲੱਗਦਾ ਤੁਹਾਨੂੰ ਚੋਣ ਕਮਿਸ਼ਨ ਬਚਾਊ ਜਾਂ ਦਖਲ ਦਿਓ? ਮੈਨੂੰ ਲੱਗਦਾ ਜਿੰਨੀ ਦੇਰ ਤੱਕ ਚੋਣ ਜ਼ਾਬਤਾ ਨਹੀਂ ਲੱਗਦਾ, ਜਾਂ ਜਿਸ ਤਰ੍ਹਾਂ ਮਾਡਲ ਆਫ ਕੰਡਕਟ ਨਹੀਂ ਲੱਗਦਾ, ਜਾਂ ਜਿਸ ਦਿਨ ਤੱਕ, ਜੋ ਸਾਨੂੰ ਉਮੀਦ ਹੈ ਕਿ ਜਨਵਰੀ ਦੇ ਪਹਿਲੇ ਹਫਤੇ 'ਚ ਲੱਗ ਸਕਦਾ, ਕਿਉਂਕਿ ਪਿਛਲੀ ਵਾਰੀ 4 ਜਨਵਰੀ ਨੂੰ ਜਿਹੜੀਆਂ ਚੋਣਾਂ ਸੀ ਉਹ ਐਲਾਨ ਦਿੱਤੀਆਂ ਗਈਆਂ ਸੀ, ਔਰ ਜਿਸ ਦਿਨ ਐਲਾਨ ਹੋ ਜਾਂਦਾ ਉਸੇ ਦਿਨ ਤੋਂ ਚੋਣ ਜ਼ਾਬਤਾ ਲੱਗ ਜਾਂਦਾ। ਲੇਕਿਨ ਦੂਸਰੀ ਜਿਹੜੀ ਤੁਸੀਂ ਗੱਲ ਕਹੀ ਆ, ਜਿਹੜਾ ਤੁਸੀਂ ਮੂਲ ਸਵਾਲ ਪੁੱਛਿਆ, ਉਹ ਸੁਖਬੀਰ ਸਿੰਘ ਬਾਦਲ ਹੋਣਾ ਦਾ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਇਹ ਕੀ ਜੋ ਹੋ ਰਿਹਾ, ਅਫਸਰਾਂ ਦੀਆਂ ਬਦਲੀਆਂ ਹੋ ਰਹੀਆਂ ਨੇ, ਤਬਾਦਲੇ ਹੋ ਰਹੇ ਨੇ, ਔਰ ਤੁਸੀਂ ਦੇਖੋ ਆਪਣੇ ਭਾਸ਼ਣਾਂ ਦੇ ਵਿੱਚ ਅਕਸਰ ਖਾਸ ਤੌਰ ਤੇ ਜਿਹੜੇ ਪੁਲਿਸ ਅਫਸਰਾਂ ਨੂੰ ਇੱਕ ਤਰ੍ਹਾਂ ਦੀ ਤਾਕੀਦ ਵੀ ਕਰਦੇ ਨੇ, ਉਹਨਾਂ ਨੂੰ ਚੇਤਾਵਨੀ ਵੀ ਦਿੰਦੇ ਨੇ, ਵਾਰਨਿੰਗ ਦਿੰਦੇ ਨੇ ਕਿ ਤੁਸੀਂ ਬਿਲਕੁਲ ਕਾਨੂੰਨ ਦੇ ਹਿਸਾਬ ਦੇ ਨਾਲ ਕੰਮ ਕਰੋ। ਜੇ ਤੁਸੀਂ ਕਾਨੂੰਨ ਦੇ ਖਿਲਾਫ ਜਾਂ ਸਿਰਫ ਇਸ ਕਰਕੇ ਇੱਕ ਧਿਰ ਬਣ ਕੇ ਕੰਮ ਕੀਤਾ, ਤੇ ਫਿਰ ਅਸੀਂ ਤੁਹਾਡੀਆਂ ਲਿਸਟਾਂ ਜਿਹੜੀਆਂ ਉਹ ਬਣਾ ਰਹੀਆਂ ਨੇ, ਤੇ ਫਿਰ ਅਸੀਂ ਦੇਖਾਂਗੇ ਤੁਹਾਡੇ ਖਿਲਾਫ ਕੀ ਕਾਰਵਾਈ ਕਰਨੀ ਆ। ਇਹ ਗੱਲ ਉਹ ਅਕਸਰ ਆਪਣੇ ਭਾਸ਼ਣਾਂ 'ਚ ਕਹਿੰਦੇ ਆ। ਇਸੇ ਤਰ੍ਹਾਂ ਉਹਨਾਂ ਨੇ ਡੀਜੀਪੀ ਤੇ ਵੀ ਸਵਾਲ ਉੱਠਿਆ ਕਿ ਅੱਧੀ ਰਾਤ ਨੂੰ ਕੀ ਲੋੜ ਪੈ ਗਈ ਸੀ ਨਵੇਂ ਡੀਜੀਪੀ ਨੂੰ ਲਾਉਣ ਦੀ। ਸਾਨੂੰ ਉਹ ਕਹਿੰਦੇ ਆ, ਸੁਖਬੀਰ ਸਿੰਘ ਬਾਦਲ, ਸ਼ੱਕ ਆ ਕਿ ਇਹ ਜਿਹੜੀ ਸਰਕਾਰ ਆ ਕਿਸੇ ਤਰ੍ਹਾਂ ਦੀ ਫੜੋ ਫੜਾਈ ਕਰਨਾ ਚਾਹੁੰਦੀ ਆ, ਤਾਂ ਕਿ ਜਿਹੜੇ ਇਹ 5 ਸਾਲ ਕੋਈ ਆਪਣਾ ਵਾਅਦਾ ਨਹੀਂ ਪੂਰਾ ਕਰ ਸਕੇ, ਜੋ ਇਹਨਾਂ ਨੇ ਫੜੋ ਫੜਾਈ ਕਰਕੇ ਕਰਨਾ ਸੀ, ਉਸ ਚੀਜ਼ ਨੂੰ ਪੂਰਾ ਕਰ ਸਕਣ। ਲੇਕਿਨ ਮੈਨੂੰ ਲੱਗਦਾ ਕਿ ਇਸ ਵਿੱਚ ਇਲੈਕਸ਼ਨ ਕਮਿਸ਼ਨ ਕੋਈ ਬਹੁਤ ਵੱਡਾ ਰੋਲ ਨਹੀਂ ਪਲੇ ਕਰ ਸਕਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਂ, ਜਿੱਦਣ ਇਹ ਇਲੈਕਸ਼ਨਾਂ ਅਨਾਉਂਸ ਹੋ ਜਾਂਦੀਆਂ ਉਸ ਤੋਂ ਬਾਅਦ ਹੀ ਇਲੈਕਸ਼ਨ ਕਮਿਸ਼ਨ ਕੋਈ ਦੇਖ ਸਕਦੀ ਆ। ਹਾਂ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਨਾਲ ਬੈਠਕਾਂ ਜ਼ਰੂਰ ਕੀਤੀਆਂ ਸੀ, ਪਰ ਉਹ ਤਾਂ ਇੱਕ ਆਮ ਜਿਹੜੇ ਚੋਣ ਪ੍ਰਬੰਧ ਹੁੰਦੇ ਆ ਉਹਨਾਂ ਨੂੰ ਲੈ ਕੇ ਸੀ, ਜਾਂ ਉਹਨਾਂ ਦੀਆਂ ਕੀ ਸ਼ਿਕਾਇਤਾਂ ਸੀ, ਕਿਉਂਕਿ ਇਲੈਕਸ਼ਨ ਕਮਿਸ਼ਨ ਉੱਤੇ ਆਪ ਬੜੇ ਸਵਾਲ ਖੜੇ ਹੋ ਗਏ ਜਦੋਂ ਤੋਂ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਉਹ ਚੀਫ ਸੈਕਟਰੀ ਨੇ ਬੁਲਾ ਲਿਆ। ਉਹਨਾਂ ਦੀ ਜਿਹੜੀ ਖਾਸ ਤੌਰ ਤੇ ਭਰੋਸੇਯੋਗਤਾ ਤੇ ਬੜੇ ਸਵਾਲ ਖੜੇ ਹੋ ਗਏ। ਜੇ ਤੁਸੀਂ ਕਦੇ ਕਹੋ ਤੇ ਆਪਾਂ ਉਸ ਤੇ ਵੀ ਕਦੇ ਨਹੀਂ, ਚਰਚਾ ਤੁਸੀਂ ਕਰ ਲਾਂਗੇ। ਇਸ ਗੱਲ ਨੂੰ ਤੁਸੀਂ ਇਹਨੂੰ ਕੰਟੀਨਿਊ ਕਰ ਸਕਦੇ ਹੋ। ਠੀਕ ਹੈ, ਕੱਲ ਦੀਆਂ ਸੁਰਖੀਆਂ ਇਹੀ ਵੱਡੀਆਂ ਰਹੀਆਂ ਸੀਗੀਆਂ ਕਿ ਸ਼ਾਇਦ ਇੱਕ ਅਰਸੇ ਬਾਅਦ, ਜਾਂ ਸ਼ਾਇਦ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਪ੍ਰਧਾਨ ਮੰਤਰੀ ਦਫ਼ਤਰ ਡਿਕਟੇਟ ਕਰ ਰਿਹਾ ਉਹਨਾਂ ਨੂੰ, ਔਰ ਇਹਦੇ ਤੇ ਚਰਚਾ ਚੱਲਦੀ ਰਹੀ ਦਿਨ ਭਰ। ਤੁਸੀਂ ਆਪਣੀ ਟਿੱਪਣੀ ਦੇ ਸਕਦੇ ਹੋ। ਪ੍ਰਮੋਦ ਕੁਮਾਰ ਮਿਸ਼ਰਾ ਪ੍ਰਿੰਸੀਪਲ ਸੈਕਟਰੀ ਨੇ ਪ੍ਰਾਈਮ ਮਿਨਿਸਟਰ ਆਫਿਸ ਦੇ, ਬੜੇ ਪਾਵਰਫੁਲ ਹੁੰਦੇ ਨੇ। ਉਹ ਇੱਕ ਪੱਤਰ ਲਿਖਦੇ ਆ ਇਲੈਕਸ਼ਨ ਕਮਿਸ਼ਨ ਨੂੰ, ਸੁਸ਼ੀਲ ਚੰਦਰ ਨੇ, ਕਿ ਤੁਸੀਂ ਆਪਣਾ ਸਾਰਾ ਇਲੈਕਸ਼ਨ ਕਮਿਸ਼ਨ ਯਾਨੀ ਕਿ ਪੇਸ਼ ਹੋਵੇ, ਬੈਠਕ ਲਈ ਆਵੇ। ਜਿਹੜੀ ਉਹਦੀ ਭਾਸ਼ਾ ਹੁੰਦੀ ਹੈ ਉਹ ਮੈਂ ਅੰਗਰੇਜ਼ੀ 'ਚ, ਯੂ ਆਰ ਐਕਸਪੈਕਟਡ ਟੂ ਅਟੈਂਡ ਦਾ ਮੀਟਿੰਗ, ਇਸ ਤਰ੍ਹਾਂ ਕਰਕੇ ਚੋਣ ਕਮਿਸ਼ਨ ਨਾ ਕਰ ਦਿੰਦਾ। ਲੇਕਿਨ ਬਾਅਦ ਦੇ ਵਿੱਚ ਜਿਹੜੇ ਸੁਸ਼ੀਲ ਚੰਦਰ ਆ, ਇਹੀ ਚੋਣ ਕਮਿਸ਼ਨ ਉਹਨਾਂ ਨਾਲ ਇੱਕ ਇਨਫਾਰਮਲ ਮੀਟਿੰਗ ਕਰਦਾ, ਜਿਸ ਦੀ ਜਿਹੜੀ ਚਰਚਾ ਉਹ ਪੂਰੇ ਭਾਰਤ ਦੇ ਵਿੱਚ ਹੁੰਦੀ ਆ, ਕਿਉਂਕਿ ਇਹ ਸੰਵਿਧਾਨਕ ਪੋਸਟ ਆ। ਮੈਂ ਤੁਹਾਨੂੰ ਥੋੜਾ ਜਿਹਾ ਇਹ ਵੀ ਦੱਸਦਾ ਰੰਧਾਵਾ ਜੀ, ਜਿਹੜਾ ਸਾਡਾ ਪ੍ਰੈਸੀਡੈਂਟਸ ਪ੍ਰੋਟੋਕਾਲ ਆ, ਵੀ ਕਿਹੜਾ ਸਭ ਤੋਂ ਉੱਪਰ ਆ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਸਾਡੇ ਸਭ ਤੋਂ ਉੱਪਰ ਆ, ਵਾਈਸ ਪ੍ਰੈਜ਼ੀਡੈਂਟ ਆ, ਫਿਰ ਪ੍ਰਾਈਮ ਮਿਨਿਸਟਰ ਆ, 9ਵੇਂ ਨੰਬਰ ਤੇ ਜਿਹੜੇ ਆ ਉਹ ਆਉਂਦੇ ਆ ਚੋਣ ਕਮਿਸ਼ਨ ਆਉਂਦਾ, ਤੇ ਉਸ ਤੋਂ ਬਾਅਦ 23ਵੇਂ ਨੰਬਰ ਤੇ ਉਹ ਚੀਫ ਸੈਕਟਰੀ ਆਉਂਦਾ। ਉਹ ਇੱਕ ਛੋਟੇ ਆਪਣੇ ਜਿਹੜਾ ਆਰਡਰ ਆ ਉਹਨਾਂ ਦਾ, ਉਸ ਲੈਵਲ ਤੋਂ ਆ ਕੇ ਇਹਨਾਂ ਨੂੰ ਬੁਲਾ ਰਿਹਾ। ਸੋ ਇਸ ਗੱਲ ਦੀ ਨਿਖੇਧੀ ਹੋਈ ਆ। ਇੱਕ ਗੱਲ ਮੈਂ ਤੁਹਾਨੂੰ ਥੋੜੀ ਜਿਹੀ ਇੱਥੇ ਜੋੜਦਾ, ਮੈਨੂੰ ਯਾਦ ਆ ਗਿਆ SY ਕੁਰੈਸ਼ੀ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਹੁੰਦੇ ਸੀ, ਉਹਨਾਂ ਨੂੰ ਉਸ ਟਾਈਮ ਦੇ ਇੱਕ ਕਾਨੂੰਨੀ ਮੰਤਰੀ ਹੁੰਦੇ ਸੀ ਵੀਰੱਪਾ ਮੋਇਲੀ, ਕਾਂਗਰਸ ਦੇ, ਤੁਹਾਨੂੰ ਤੁਸੀਂ ਯਾਦ ਕਰੋ। ਉਹਨਾਂ ਨੇ ਕਿਹਾ ਸੀ ਆਓ ਤੁਹਾਡੇ ਨਾਲ ਅਸੀਂ ਇਲੈਕਟੋਰਲ ਰਿਫਾਰਮਸ ਅਸੀਂ ਡਿਸਕਸ ਕਰਨੇ ਆ, ਤੇ ਉਹਨਾਂ ਨੇ ਬੜੇ ਪੋਲਾਈਟਲੀ ਨਾ ਕਰਤੀ ਸੀ। ਉਹ ਕਹਿੰਦੇ ਤੁਸੀਂ ਇੱਥੇ ਆਓ। ਉਹ ਆਏ, ਕਾਨੂੰਨ ਮੰਤਰੀ ਸੀ, ਉਹਨਾਂ ਨੇ ਆ ਕੇ ਡਿਸਕਸ ਕੀਤਾ। ਮੇਰਾ ਕਹਿਣ ਦਾ ਮਤਲਬ ਵੀ ਇਸ ਚੀਜ਼ ਨਾਲ ਜਾਂ ਤਾਂ ਪ੍ਰਾਈਮ ਮਿਨਿਸਟਰ ਆਫਿਸ ਨੂੰ, ਜਾਂ ਜਿਹੜਾ ਲਾਅ ਮਿਨਿਸਟਰੀ ਆ, ਕਾਨੂੰਨ ਮੰਤਰਾਲਿਆ, ਉਹਨੂੰ, ਤੇ ਜਾਂ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਜਿਹੜੇ ਸੁਸ਼ੀਲ ਚੰਦਰਾ, ਕਿਉਂਕਿ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੋਣਾਂ ਜਿਹੜੀਆਂ ਉਹਨਾਂ ਨੇ ਕੰਡਕਟ ਕਰਨੀਆਂ, ਤੇ ਇਸ ਕਰਕੇ ਉਹਨਾਂ ਦੀ ਭਰੋਸੇਯੋਗਤਾ ਹੋਣਾ ਬਹੁਤ ਜ਼ਰੂਰੀ ਆ। ਉੱਤਰ ਪ੍ਰਦੇਸ਼ ਦੇ ਵਿੱਚ ਹਰੇਕ ਪਾਰਟੀ ਦੀ, ਜਿਵੇਂ ਭਾਰਤੀ ਜਨਤਾ ਪਾਰਟੀ ਦੀ ਸਿਰ ਧੜ ਦੀ ਬਾਜੀ ਲੱਗੀ ਹੈ, ਜਾਂ ਬਾਕੀ ਪਾਰਟੀਆਂ ਵੀ ਲੱਗੀਆਂ। ਸੋ ਇਸ ਕਰਕੇ ਆ ਜਿਹੜੀ ਘਟਨਾ ਹੋਈ ਹੈ, ਇਸ ਗੱਲ ਦੀ ਸਾਰੇ ਪਾਸੇ ਨਿਖੇਧੀ ਹੋ ਰਹੀ ਹੈ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਇਹ ਰੰਧਾਵਾ ਜੀ ਇਸ ਤਰ੍ਹਾਂ ਸੀ ਜਿਵੇਂ ਚੋਣ ਕਮਿਸ਼ਨ ਜਿਵੇਂ ਆ ਇੱਕ ਸੰਵਿਧਾਨਿਕ ਸੰਸਥਾ, ਇਹ ਇਸ ਤਰ੍ਹਾਂ ਸੀ ਜਿਵੇਂ ਚੀਫ ਜਸਟਿਸ ਨੂੰ ਕਿਹਾ ਜਾਵੇ ਕਿ ਆਪਣੇ ਸਾਰੇ ਬੈਂਚ ਨੂੰ ਲੈ ਕੇ ਸਾਡੇ ਸਾਹਮਣੇ ਇੱਕ ਚੀਫ ਸੈਕਟਰੀ ਕਹਿ ਰਿਹਾ ਹੋਵੇ, ਸਾਡੇ ਸਾਹਮਣੇ ਪੇਸ਼ ਹੋਵੇ। ਇਹ ਉਸ ਤਰ੍ਹਾਂ ਦਾ SY ਕੁਰੈਸ਼ੀ ਜਿਹੜੇ ਸਾਬਕਾ ਚੋਣ ਕਮਿਸ਼ਨਰ ਨੇ, ਉਹਨਾਂ ਨੇ ਇਹ ਗੱਲ ਕੀਤੀ ਹੈ। ਸੋ ਵਾਕਿਆ ਬੜੀ ਮੰਦਭਾਗੀ ਗੱਲ ਆ। ਸੋ ਇਸ ਚੋਣ ਕਮਿਸ਼ਨ ਤੋਂ ਇਸ ਤਰ੍ਹਾਂ ਦੀ ਤਵੱਕੋ ਰੱਖਣਾ,
ਜ਼ਰੂਰ ਸਾਡਾ ਕਿਉਂਕਿ ਫਰਜ਼ ਆ, ਲੇਕਿਨ ਇਹ ਕੀ ਖਰਾ ਉਤਰੂਗੀ? ਸੁਖਬੀਰ ਸਿੰਘ ਬਾਦਲ ਨੂੰ ਇਸ ਤੇ ਵੀ ਸੋਚਣਾ ਚਾਹੀਦਾ ਜੀ। ਸੁਖਬੀਰ ਸਿੰਘ ਬਾਦਲ ਦੇ ਸੋਚਣ ਨਾਲ ਸ਼ਾਇਦ ਬਹੁਤਾ ਕੁਝ ਨਾ ਹੋਵੇ, ਕਿਉਂਕਿ ਜਦੋਂ ਚੋਣ ਬਸਾਤ ਵਿਛਦੀ ਆ ਨਾ ਤੇ ਫਿਰ ਉਹਦੇ ਚ ਮੋਹਰੇ ਪਹਿਲਾਂ ਸੈੱਟ ਕਰ ਲਏ ਜਾਂਦੇ ਆ, ਤੇ ਸ਼ਾਇਦ ਇਹ ਰਵਾਇਤ, ਇਹ ਕਵਾਇਤ ਸੁਖਬੀਰ ਸਿੰਘ ਬਾਦਲ ਦੇ ਮਨ ਦੀ ਵੀ ਪੈਦਾਵਾਰ ਹੈ। 10 ਸਾਲ ਦੇ ਉਹਨਾਂ ਦੇ ਰਾਜ ਵਿੱਚ ਵੀ ਕਈ ਕੁਝ ਇਹੋ ਜਿਹਾ ਹੁੰਦਾ ਰਿਹਾ, ਉਹ ਉਸੇ ਤਰ੍ਹਾਂ ਦੇ ਰਾਜ ਨੂੰ ਇਹ ਦੂਜੀ ਰਵਾਇਤੀ ਪਾਰਟੀ ਅੱਗੇ ਵਧਾ ਰਹੀ ਹੈ। ਤੁਹਾਨੂੰ ਯਾਦ ਹੈ ਕਿ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਦਲ ਪਿਓ ਪੁੱਤ ਨੂੰ ਅੰਦਰ ਦਿੱਤਾ ਸੀਗਾ, ਉਹਦੇ ਨਤੀਜੇ ਕੀ ਹੋਏ ਆਪਾਂ ਸਾਰੇ ਦੇਖ ਲਿਆ। ਹੁਣ ਇਹਨਾਂ ਨੇ ਜੋ ਕਰਨਾ, ਇਹਦੇ ਨਤੀਜੇ ਵੀ ਸਿਰਫ ਸਿਆਸਤ ਤੋਂ ਅੱਗੇ ਮੈਨੂੰ ਲੱਗਦਾ ਕੁਝ ਨਹੀਂ ਹੋਣ ਵਾਲੇ, ਕਿਸੇ ਦਾ ਇੱਥੇ ਕੁਝ ਨਹੀਂ ਵਿਗੜਦਾ। ਜੇ ਵਿਗੜਦਾ ਹੈ ਤਾਂ ਉਹ ਲੋਕ ਜਿਨ੍ਹਾਂ ਦੇ ਘਰਾਂ ਦੇ ਜੀ ਚਲੇ ਗਏ ਨਸ਼ੇ ਨਾਲ, ਉਹ ਸਾਰੀਆਂ ਚੀਜ਼ਾਂ ਨੇ ਕਿੱਥੇ ਜਾ ਕੇ ਇਨਸਾਫ 'ਚ ਬਦਲਣਾ ਜੀ। ਮੁੱਢ ਕਦੀਮੋਂ ਸਦੀਆਂ ਤੋਂ ਸਾਡੇ ਸਮਾਜ 'ਚ ਉਹ ਸਭ ਕੁਝ ਵਾਪਰਦਾ ਆ। ਸਾਨੂੰ ਲੱਗਦਾ ਅੱਜ ਪਤਾ ਨਹੀਂ ਕਿਹੜੀ ਬਿਪਤਾ ਡਿੱਗ ਪਈ, ਅਸੀਂ ਕਿਹੜੇ ਪਹਾੜ ਥੱਲੇ ਆ, ਲੇਕਿਨ ਮੈਨੂੰ ਜੇ ਸਦੀਆਂ ਤੋਂ ਇਹ ਵਰਤਾਰੇ ਦਿਸਦੇ ਆ ਨਾ, ਤੇ ਇਹ ਉਦਾਂ ਹੀ ਅੱਗੇ ਵਧੇ ਆਉਂਦੇ ਆ। ਇੱਥੇ ਅਜੇ ਕੋਈ ਜਿੱਦਾਂ ਯੂਰਪ ਜਾਂ ਬਾਕੀ ਅਜੇ ਸੱਭਿਅਤਾਵਾਂ ਨੇ, ਉਹਦੇ ਵਰਗਾ ਕੁਝ ਹੋਣਾ, ਇਨਕਲਾਬੀ ਹੋਣਾ ਬੜਾ ਜ਼ਰੂਰੀ ਆ, ਜਿੱਥੇ ਮਨੁੱਖ ਨੂੰ ਮਨੁੱਖ ਵਾਂਗ ਦੇਖਿਆ ਜਾਵੇ ਤੇ ਜਿੱਥੇ ਸਿਸਟਮ ਨੂੰ ਸਿਸਟਮ ਵਾਂਗ ਲਿਆ ਜਾਵੇ। ਮੇਰੇ ਤੋਂ ਲੈ ਕੇ ਹਰ ਉੱਪਰਲੇ ਬੰਦੇ ਤੱਕ ਅਸੀਂ ਸਾਰੇ ਹੀ ਸਿਸਟਮ ਨੂੰ ਨੋਚਣ ਤੇ ਲੱਗੇ ਆ, ਤੇ ਮੈਨੂੰ ਲੱਗਦਾ ਇਹ ਮਾਨਸਿਕਤਾ ਮੁੱਕਣੀ ਇਹ ਬਹੁਤ ਲਾਜ਼ਮੀ ਹੈ। ਉਹਦੇ 'ਚ ਐਜੂਕੇਸ਼ਨ ਦਾ ਰੋਲ ਵੱਡਾ। ਸ਼ਾਇਦ ਇਹਨਾਂ ਗੱਲਾਂ ਨੂੰ ਬੇਮਾਨੇ ਹੀ ਸਮਝਣਗੇ ਲੋਕ, ਪਰ ਹੋਣਾ ਇੰਝ ਹੀ ਚਾਹੀਦਾ ਕਿ ਜਦੋਂ ਤੁਹਾਡਾ ਹੀ ਨਾ ਪਵੇ ਕੁਝ ਗਲਤ ਕੰਮ ਕਰਨ ਦਾ, ਔਰ ਅਸੀਂ ਤਾਂ ਚਲੋ ਛੱਡ ਦੇਣ। ਬ੍ਰਹਮਪੁਰਾ ਔਰ ਢੀਂਡਸਾ ਸਾਹਿਬ ਦੀ ਗੱਲ ਆ, ਦੇਖੋ ਢੀਂਡਸਾ ਸਾਹਿਬ ਦੀ ਗੱਲ ਕਹਿੰਦੇ ਤੈਅ ਹੋ ਚੱਲੀ। ਹਾਲਾਂ ਮੈਂ ਬੇਨਤੀ ਕਰਦੇ ਹਾਂ ਕਿ ਮੇਰੇ ਦੋਨਾਂ ਨਾਲ ਬਹੁਤ ਮਨਪ੍ਰੀਤ ਜੀ ਨਿੱਜੀ ਤਾਲੁਕਾਤ, ਔਰ ਮੈਂ ਦੋਨਾਂ ਨੂੰ ਬੇਹੱਦ ਸੰਜੀਦਾ ਤੇ ਚੰਗੇ ਬੰਦੇ ਮੰਨਦਾ। ਢੀਂਡਸਾ ਸਾਹਿਬ ਬੇਹੱਦ ਸ਼ਰੀਫ ਤੇ ਬਹੁਤ ਪਿਆਰੇ ਪੋਲੀਟੀਸ਼ੀਅਨ ਨੇ। ਉਹਨਾਂ ਨੇ ਸਾਰੀ ਉਮਰ ਬਾਦਲ ਸਾਹਿਬ ਦੇ ਨਾਲ ਲਗਭਗ ਕੰਮ ਕੀਤਾ ਤੇ ਦੂਜੇ ਤੀਜੇ ਨੰਬਰ ਤੇ ਕੰਮ ਕੀਤਾ। ਅਗਵਾਈ ਦੇਣ ਲਈ ਉਹਨਾਂ ਲਈ ਅਜੇ ਥੋੜਾ ਜਿਹਾ ਟਫ ਲੱਗ ਰਿਹਾ ਸੀ, ਸ਼ਾਇਦ ਉਹਨਾਂ ਨੂੰ ਔਖਾ ਫੈਸਲਾ ਲੈਣਾ ਪੈ ਰਿਹਾ ਬੀਜੇਪੀ ਨਾਲ ਜਾਣ ਦਾ। ਪਰ ਉਸੇ ਵੇਲੇ ਹੀ ਬਾਦਲ ਸਾਹਿਬ ਤੋਂ ਫਿਰ ਇੱਕ ਦੂਜੀ ਕਤਾਰ ਦਾ ਬੰਦਾ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਿਹੜੇ ਅਗਰੈਸ਼ਨ ਨਾਲ ਜਾਣੇ ਜਾਂਦੇ, ਹਮਲਾਵਰ ਹੋ ਜਾਂਦੇ ਆ, ਪਿਆਰੇ ਬੜੇ ਨੇ, ਅੰਦਰੋਂ ਦਿਲ ਦੇ ਇੰਨੇ ਚੰਗੇ ਨੇ, ਸਾਫ਼ ਨੇ, ਪ੍ਰਭਾਵ ਵੀ ਕਿਸੇ ਦੀ ਨਹੀਂ ਕਰਦੇ, ਪੱਕੇ ਮਝੈਲ ਨੇ। ਪਰ ਇਹ ਮੈਨੂੰ ਲੱਗਦਾ ਦੋਵੇਂ ਆਮਣੇ ਸਾਹਮਣੇ ਆ ਗਏ ਨੇ ਹੁਣ। ਢੀਂਡਸਾ ਸਾਹਿਬ ਕੋਲ ਬੀਜੇਪੀ ਨਾਲ ਜਾਣ ਤੋਂ ਬਿਨਾਂ ਦੂਜਾ ਰਸਤਾ ਕੋਈ ਬਚਿਆ ਨਹੀਂ, ਤੇ ਬ੍ਰਹਮਪੁਰਾ ਸਾਹਿਬ ਇਹ ਸਮਝਦੇ ਆ ਵੀ ਮੇਰੀ ਜਿਹੜੀ ਸਿੱਖ ਰਾਜਨੀਤੀ ਹੈ ਨਾ, ਹਾਰਡ ਲਾਈਨਰ ਵਾਲੀ, ਵੀ ਅਸੀਂ, ਜੋ ਤੁਹਾਨੂੰ ਯਾਦ ਬਾਦਲ ਸਾਹਿਬ ਪਾਸੇ ਚਲੇ ਗਏ ਤੇ 5 ਮੈਂਬਰੀ ਕਮੇਟੀ ਪ੍ਰੈਜ਼ੀਡੀਅਮ ਬਣਾਤੀ ਸੀ, ਜਦੋਂ ਬੜਾ ਔਖਾ ਸਮਾਂ ਸੀ ਭਾਈ ਰਣਜੀਤ ਸਿੰਘ ਤੋਂ ਪਹਿਲਾਂ ਵਾਲਾ, ਤੇ ਉਦੋਂ ਰਣਜੀਤ ਸਿੰਘ ਬ੍ਰਹਮਪੁਰਾ ਪੱਟ ਤੇ ਥਾਪੀ ਮਾਰ ਕੇ ਕਹਿੰਦੇ ਹੁੰਦੇ ਅਸੀਂ ਦੇਖ ਲਾਂਗੇ ਬਾਦਲ ਸਾਹਿਬ ਤੁਸੀਂ ਜਾਓ। ਤੇ ਹੁਣ ਬਾਦਲ ਸਾਹਿਬ ਨੇ ਸੁਣਿਆ ਸੀ ਵੀ ਇੱਕ ਵੱਡਾ ਦੂਤ ਆਪਣਾ ਭੇਜਿਆ ਸੀ ਬ੍ਰਹਮਪੁਰਾ ਸਾਹਿਬ ਵੱਲ। ਅਗਲੇ ਖਡੂਰ ਸਾਹਿਬ ਖਾਲੀ ਰੱਖੀ ਹੋਈ ਆ ਕਿ ਬ੍ਰਹਮਪੁਰਾ ਸਾਹਿਬ ਬਹੁਤ ਵਧੀਆ ਅਕਾਲੀ ਲੀਡਰ ਆ, ਆਪਾਂ ਨਹੀਂ ਜਾਣ ਦੇਣੇ, ਖਡੂਰ ਸਾਹਿਬ ਨੂੰ ਛੇੜਨਾ ਬਈ, ਇਹਦੀ ਅਨਾਉਂਸਮੈਂਟ ਦਾ ਨਾਮ ਹੀ ਨਹੀਂ ਲੈਣਾ। ਅੱਜ ਇਹ ਦੋਵੇਂ ਆਮਣੇ ਸਾਹਮਣੇ ਆ, ਇਹਦੇ ਤੇ ਟਿੱਪਣੀ ਦਿਓ, ਕਿਉਂਕਿ ਦਿੱਲੀ 'ਚ ਬੜਾ ਕੁਝ ਹੋ ਰਿਹਾ। ਪੰਜਾਬ ਦੀ ਰਾਜਨੀਤੀ ਦਿੱਲੀ ਤੇ ਕੇਂਦਰਿਤ ਹੈ ਅੱਜ ਕੱਲ, ਕੀ ਕਹਿੰਦੇ ਹੋ? ਦੇਖੋ, ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਦਾ ਬਿਲਕੁਲ ਸਪਸ਼ਟ ਕਹਿਣਾ, ਮੈਂ ਵੀ ਇਹ ਗੱਲ ਸਵਾਲ ਚੱਕਿਆ ਸੀ, ਉਹ ਸੁਖਦੇਵ ਸਿੰਘ ਢੀਂਡਸਾ ਹੋਣਾ ਤੋਂ ਪੁੱਛਦੇ ਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖਰੇ ਕਿਉਂ ਹੋਏ? ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਜਾਣਾ ਸੀ, ਉਹ ਸ਼੍ਰੋਮਣੀ ਅਕਾਲੀ ਦਲ ਤਾਂ ਭਾਰਤੀ ਜਨਤਾ ਪਾਰਟੀ ਨਾਲ ਵੀ ਵੱਖਰਾ ਹੋ ਗਿਆ, ਤੇ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਜਾ ਰਹੇ, ਇਹ ਸਾਰੀ ਗੱਲ ਕਰ ਰਹੇ ਆ। ਦੂਸਰੀ ਗੱਲ, ਉਹ ਕਹਿੰਦੇ ਸਾਡੇ ਜਿਹੜੇ ਵਰਕਰ ਆ, ਸਾਡੇ ਬਹੁਤ ਸਾਰੇ ਲੀਡਰਸ ਆ, ਜੇ ਉਹਨਾਂ ਨੂੰ ਧਿਆਨ ਨਾਲ ਪੜ੍ਹੋ, ਉਹ ਕਹਿੰਦੇ ਇਸ ਹੱਕ 'ਚ ਨਹੀਂ ਹੈ। ਮੈਂ ਰੰਧਾਵਾ ਜੀ ਥੋੜਾ ਜਿਹਾ ਇਹਨੂੰ ਵਿਸਤਾਰ ਕਰਨਾ ਚਾਹੂੰਗਾ। ਭਾਰਤੀ ਜਨਤਾ ਪਾਰਟੀ ਦਾ ਇਸ ਟਾਈਮ ਜੇ ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ ਦੇਖੋ, ਜਾਂ ਉੱਤਰਾਖੰਡ ਦੇ ਵਿੱਚ ਜਾਂ ਗੋਆ ਦੇ ਵਿੱਚ, ਬਹੁਤ ਜ਼ਿਆਦਾ ਸਥਿਤੀਆਂ ਜਿਹੜੀਆਂ ਸਾਡੇ ਕੋਲ ਅੰਕੜੇ ਆ ਰਹੇ ਆ, ਜਾਂ ਜਿੰਨੇ ਵੀ ਸਰਵੇ ਆ ਰਹੇ ਆ, ਹਾਲਾਂਕਿ ਸਰਵੇ ਕਈ ਵਾਰੀ ਬਹੁਤ ਜ਼ਿਆਦਾ ਯਕੀਨ ਲਾਇਕ ਨਹੀਂ ਹੁੰਦੇ, ਲੇਕਿਨ ਫਿਰ ਵੀ ਇੱਕ ਇੰਡੀਕੇਸ਼ਨ ਮਿਲ ਜਾਂਦੀ ਆ। ਹੁਣ ਮੈਂ ਤੁਹਾਨੂੰ ਦੱਸਦਾ ਕਿ ਪਿਛਲੇ ਦਿਨਾਂ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਜਿਹੜੇ ਆਪਣੇ ਅਖਿਲੇਸ਼ ਯਾਦਵ ਆ, ਇਹਨਾਂ ਦੇ ਚਾਚਾ ਜੀ ਸ਼ਿਵਪਾਲ ਯਾਦਵ, ਉਹ ਨਾਲ ਆ ਗਏ ਆ। ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਸੀ ਕਿ ਯਾਦਵ ਵੋਟ ਜਿਹੜੀ ਆ ਉਹ ਵੰਡੀ ਜਾਊਗੀ, ਉਹ ਹੋਇਆ ਨਹੀਂ। ਇੱਕ ਉੱਥੇ ਬੜਾ ਵੱਡਾ ਮਾਸ਼ਰਾ ਨਿਸ਼ਾਦ, ਸੰਜੇ ਨਿਸ਼ਾਦ, ਜਿਹੜੇ ਮਲਾਹ ਹੁੰਦੇ ਆ ਨਾ ਜੀ, ਉਹਨਾਂ ਨੂੰ ਨਿਸ਼ਾਦ ਕਹਿੰਦੇ ਆ, ਜਿਹੜੇ ਉੱਥੇ ਗੰਗਾ ਹੋਈ ਜਾਂ ਹੋਰ ਜਿਹੜੇ ਦਰਿਆ ਹੋਏ ਉੱਥੇ ਉਹ ਕੰਮ ਕਰਦੇ ਆ। ਉਹਨਾਂ ਨਾਲ ਵੀ ਅਮਿਤ ਸ਼ਾਹ ਦੇ ਨਾਲ ਉਹਨਾਂ ਨੇ ਰੈਲੀ ਕੀਤੀ। ਹੁਣ ਉਹ ਕਹਿੰਦੇ ਸਾਨੂੰ ਜੀ ਇੱਕ ਤੁਸੀਂ ਰਿਜ਼ਰਵੇਸ਼ਨ ਦਿਓ, ਸਾਨੂੰ ਤੁਸੀਂ OBC ਚੋਂ ਕੱਢ ਕੇ ਤੇ ਥੱਲੇ ਜਿਹੜੀ ਹੈ ਅਨੁਸੂਚਿਤ ਜਾਤੀ ਚ ਪਾਓ। ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਆ ਰਹੀਆਂ। ਤੇ ਯੋਗੀ ਆਦਿੱਤਿਆਨਾਥ, ਜਿਨ੍ਹਾਂ ਦਾ ਅਸਲੀ ਨਾਮ ਅਜੇ ਕੁਮਾਰ ਬਿਸ਼ਟ ਆ, ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਜਿਹੜੀ ਆ ਭਾਰੀ ਐਂਟੀ ਇਨਕੰਬੈਂਸੀ ਉਹਨਾਂ ਦੇ ਖਿਲਾਫ ਵੇਖੀ ਜਾ ਰਹੀ ਆ। ਇਸ ਕਰਕੇ ਜਿਹੜੀ ਬੀਜੇਪੀ ਆ ਉਹ ਬਹੁਤ ਦੁਵਿਧਾ ਦੇ ਵਿੱਚ ਆ।
ਉਹ ਬਹੁਤ ਇਸ ਟਾਈਮ ਸੰਕਟ ਆ। ਤੁਸੀਂ ਦੇਖੋ ਲਗਾਤਾਰ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਲਗਾਤਾਰ ਯੂਪੀ ਦੇ ਵਿੱਚ ਹੀ ਆ। ਇਸ ਤਰ੍ਹਾਂ ਲੱਗਦਾ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਸ਼ਾਇਦ ਉਹ ਪੀਐਮਓ ਆਪਣਾ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਹੀ ਸ਼ਿਫਟ ਕਰ ਲੈਣਗੇ। ਲਗਾਤਾਰ ਉਦਘਾਟਨ ਹੋ ਰਿਹਾ, ਕਦੇ ਐਕਸਪ੍ਰੈਸਵੇ, ਕਦੇ ਕਾਸ਼ੀ ਵਿਸ਼ਵਨਾਥ, ਇਹ ਸਾਰਾ ਕੁਝ ਹੋ ਰਿਹਾ। ਇਹਦੇ ਨਾਲ ਨਾਲ ਦੇਖੋ ਰਣਜੀਤ ਸਿੰਘ ਬ੍ਰਹਮਪੁਰਾ, ਜਿਹੜੇ ਮੈਂ ਵਾਪਸ ਆਉਣਾ, ਉਹ ਵੀ ਬਹੁਤ ਜਾਣਕਾਰ ਨੇ, ਸਿਆਸਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਔਰ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਦਾ, ਕੱਲ ਹੀ ਤੁਸੀਂ ਦੇਖੋ ਜਿਹੜੇ ਅਖਿਲੇਸ਼ ਯਾਦਵ ਦੇ ਉਹਨਾਂ ਦੇ ਨੇੜਲੇ ਨੇ, ਉਹਨਾਂ ਦੇ ਘਰ ਆਈਟੀ ਦੀਆਂ ਰੇਡਸ ਹੁੰਦੀਆਂ। ਔਰ ਸਾਨੂੰ ਇਹ ਵੀ ਪਤਾ ਕਿ ਬਹੁਤ ਸਾਰੀਆਂ ਆਉਣ ਵਾਲੇ ਵੈਸਟ ਬੰਗਾਲ ਦੀਆਂ ਜਦੋਂ ਚੋਣਾਂ ਦੇਖੋ, ਉਦੋਂ ਮਮਤਾ ਬੈਨਰਜੀ ਦੇ ਨੇੜਲਿਆਂ ਦੇ ਬਹੁਤ ਸਾਰੀਆਂ ਰੇਡਸ ਹੋਈਆਂ ਸੀ ਤੇ ਬਹੁਤ ਸਾਰੇ ਛੱਡ ਕੇ ਆ ਗਏ ਸੀ। ਇਸ ਤਰ੍ਹਾਂ ਦਾ ਕੁਝ ਪੰਜਾਬ 'ਚ ਵੀ ਵਾਪਰ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਸਾਨੂੰ ਇਹ ਤਾਂ ਪਤਾ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਇਦਾਂ ਹੋਇਆ, ਸਾਨੂੰ ਇਹ ਵੀ ਪਤਾ ਮਨਪ੍ਰੀਤ ਸਿੰਘ ਇਆਲੀ ਨਾਲ ਹੋਇਆ, ਇਸੇ ਤਰ੍ਹਾਂ ਗੁਰਦੀਪ ਸਿੰਘ ਜੁਝਾਰ ਨਾਲ ਹੋਇਆ। ਲੇਕਿਨ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਜਿਹੜੀ ਬੀਜੇਪੀ ਆ ਉਹ ਬਾਹ ਮਰੋੜ ਸਕਦੀ ਆ। ਉਹ ਕਿੰਨਾ ਲੀਡਰਸ ਦੀ, ਕਿਉਂਕਿ ਬੀਜੇਪੀ ਕੋਲੇ ਆਪਣੇ ਬੰਦੇ ਹੈ ਨਹੀਂ। ਜੇ ਅੱਜ ਤੁਸੀਂ ਕਹੋ ਨਾ ਬੀਜੇਪੀ 117 ਬੰਦੇ ਆਪਣੀ ਪਾਰਟੀ ਚ ਦੇ ਉਹਨਾਂ ਕੋਲੇ ਉਹ ਵਿਅਕਤੀ ਹੈ ਨਹੀਂ ਚੋਣ ਲੜਨ ਨੂੰ। ਸੋ ਇਸੇ ਕਰਕੇ ਦੂਸਰੀਆਂ ਪਾਰਟੀਆਂ ਤੇ ਡੋਰੇ ਪਾਏ ਜਾ ਰਹੇ ਆ, ਉਹਨਾਂ ਨੂੰ ਹਰ ਤਰ੍ਹਾਂ ਦੇ ਹੀਲੇ ਵਸੀਲੇ ਦੇ ਨਾਲ, ਲਾਲਚ ਦੇ ਨਾਲ ਡਰਾ ਕੇ ਆਪਣੇ ਵੱਲ ਲਿਆਇਆ ਜਾ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਲਿਆਇਆ ਜਾ ਰਿਹਾ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਣਾ ਦੇ ਨਾਲ ਉਹਨਾਂ ਦੇ ਪੁਰਾਣੇ ਰਿਸ਼ਤੇ ਆ। ਸੋ ਹੋ ਸਕਦਾ ਉਹਨਾਂ ਪੁਰਾਣੇ ਸਬੰਧਾਂ ਦਾ ਵਾਸਤਾ ਦੇ ਕੇ ਉਹਨਾਂ ਨੂੰ ਆਪਣੇ ਵੱਲ ਕੀਤਾ ਜਾਊਗਾ। ਲੇਕਿਨ ਭਾਜਪਾ ਦੀ ਜਿਹੜੀ ਓਵਰਆਲ ਸਥਿਤੀ ਆ ਭਾਰਤ ਦੇ ਵਿੱਚ, ਉਹ ਕੋਈ ਬਹੁਤ ਜ਼ਿਆਦਾ ਇਸ ਟਾਈਮ ਵਧੀਆ ਨਹੀਂ। ਇਸ ਤਰ੍ਹਾਂ ਦਾ ਮਾਹੌਲ ਇੱਕ ਚੱਲ ਰਿਹਾ ਜੀ। ਉਹ ਜਦੋਂ ਨਾ ਮਨਪ੍ਰੀਤ ਜੀ ਤੁਸੀਂ ਇਹ ਕਹਿੰਦੇ ਹੋ ਕਿ ਡਰਾ ਕੇ ਲਿਆਂਦਾ ਜਾਊਗਾ, ਮੈਂ ਸੋਚਦਾ ਡਰਦੇ ਕੌਣ ਹੁੰਦੇ ਆ? ਡਰਦੇ ਉਹੀ ਜਿਨ੍ਹਾਂ ਨੇ ਕੁਝ ਗਲਤ ਕੀਤਾ ਹੁੰਦਾ। ਅੱਛਾ, ਜੇ ਮਨਪ੍ਰੀਤ ਇਆਲੀ ਦੇ ਖਿਲਾਫ ਰੇਡ ਹੋਈ ਆ, ਉਹ ਅੰਦਰ ਤਾਂ ਨਹੀਂ ਗਏ। ਉਹਨਾਂ ਨੂੰ ਹੋ ਸਕਦਾ ਕਿ ਉਹ ਸਾਰਾ ਚੈੱਕ ਕਰਕੇ ਉਸ ਤੋਂ ਬਾਅਦ ਪੈਸੇ ਭਰਵਾਏ ਜਾਣ ਜਾਂ ਕੁਝ ਵੀ ਆ, ਉਹਦੇ 'ਚ ਸਜ਼ਾ ਵੀ ਹੋ ਸਕਦੀ, ਕੁਝ ਵੀ ਹੋ ਸਕਦਾ ਜੇ ਕੋਈ ਗਲਤ ਹੋਵੇ। ਲੇਕਿਨ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤਾਂ ਵੀ ਰਾਹਤ ਨਹੀਂ ਦੇ ਰਹੀਆਂ। ਇਹਦਾ ਮਤਲਬ ਕੋਈ ਝੋਲ ਤਾਂ ਹੈ। ਲੋਕ ਸਵਾਲ ਕਰਦੇ ਆ, ਮੇਰਾ ਕੋਈ ਨਿੱਜੀ ਤੌਰ ਤੇ ਮੈਨੂੰ ਕੁਝ ਨਹੀਂ ਪਤਾ, ਲੇਕਿਨ ਲੋਕ ਪੁੱਛਦੇ ਆ ਯਾਰ, ਅਗਰ ਲੋਕਾਂ ਨੂੰ ਦੂਜੇ ਦਿਨ ਜ਼ਮਾਨਤ ਮਿਲ ਜਾਂਦੀ ਹੈ ਜੇ ਕਿਧਰੇ ਕੁਝ ਗਲਤ ਨਹੀਂ ਹੁੰਦਾ। ਜੇ ਤੁਸੀਂ ਤੱਥ ਨਹੀਂ ਪੇਸ਼ ਕਰਦੇ ਅਦਾਲਤਾਂ ਦੇ ਵਿੱਚ, ਹਾਈ ਕੋਰਟ, ਸੁਪਰੀਮ ਕੋਰਟ ਸਾਰੀਆਂ ਬੈਠੀਆਂ ਨੇ ਔਰ ਬਹੁਤੇ ਦਿਨ ਤੱਕ ਕੋਈ ਅੰਦਰ ਨਹੀਂ ਰਹਿੰਦਾ। ਸੁਮੇਧ ਸਿੰਘ ਸੈਣੀ ਵਰਗੇ ਨੂੰ ਜ਼ਮਾਨਤ ਮਿਲ ਜਾਂਦੀ ਰਹੀ। ਸੁਖਪਾਲ ਸਿੰਘ ਖਹਿਰਾ ਵੀ ਪ੍ਰਭਾਵਸ਼ਾਲੀ ਨੇ, ਉਹਨਾਂ ਦੇ ਕਰੀਬੀ ਰਿਸ਼ਤੇਦਾਰ ਜੱਜ ਰਹੇ ਨੇ। ਹੁਣ ਮੈਂ ਇਹੀ ਸਵਾਲ ਪੁੱਛਦਾ ਹੈ ਕਿ ਰਾਜਨੀਤੀ ਦੇ ਵਿੱਚ ਔਰ ਖਾਸ ਤੌਰ ਤੇ ਚੁਣਾਵੀ ਰਾਜਨੀਤੀ ਦੇ ਦਿਨਾਂ 'ਚ ਉਹ ਸਭ ਕੁਝ ਸੰਭਵ ਹੁੰਦਾ ਜਿਹੜੀਆਂ ਪਾਰਟੀਆਂ ਕਰ ਸਕਦੀਆਂ ਹੁੰਦੀਆਂ ਔਰ ਕਰ ਰਹੀਆਂ ਨੇ, ਉਹ ਕਾਂਗਰਸ, ਅਕਾਲੀ ਦਲ ਜਾਂ ਬੀਜੇਪੀ। ਲੇਕਿਨ ਸਵਾਲ ਇਹ ਆ ਕਿ ਜਿਨ੍ਹਾਂ ਦੀ ਬਾਹ ਮਰੋੜੀ ਜਾਂਦੀ ਆ, ਉਹ ਬਾਹ ਮਰੋੜ ਮੇਰੀ ਜਾਂ ਤੁਹਾਡੀ ਜਾਂ ਕਿਸੇ ਹੋਰ ਦੀ ਬਾਹ ਮਰੋੜਨ ਵਾਲੀ ਗੱਲ ਦੇ ਵਿੱਚ ਸਾਨੂੰ ਇਹ ਤਾਂ ਦੱਸਣਾ ਪਊ ਵੀ ਆਪਾਂ ਗਲਤ, ਸਾਡੇ ਅੰਦਰ ਡਰ ਉਹੀ ਹੋਣਗੇ ਨਾ ਜਿਹੜੇ ਡਰ ਅਸੀਂ ਪੈਦਾ ਕੀਤੇ ਹੋਏ ਜਿੱਥੇ ਜਿੱਥੇ ਗਲਤ ਹੋਵਾਂਗੇ। ਤੁਸੀਂ ਠੀਕ ਕਹਿ ਰਹੇ ਹੋ ਕਿ ਜੇਕਰ ਕੇਂਦਰੀ ਜਾਂ ਸਟੇਟ ਦੀਆਂ ਏਜੰਸੀਆਂ ਸਿਰਫ ਤੇ ਸਿਰਫ ਇਸ ਕੰਮ ਲਈ ਨੇ ਤਾਂ ਫਿਰ ਮਾੜੀ ਗੱਲ ਆ। ਪਰ ਜੇ ਸਾਡੇ ਪੋਲੀਟੀਸ਼ੀਅਨ ਜਿਨ੍ਹਾਂ ਦੀ ਬਾਹ ਮਰੋੜੀ ਜਾਂਦੀ ਆ ਤੇ ਉਹ ਡਰ ਜਾਂਦੇ ਆ ਤੇ ਨਾਲ ਤੁਰ ਜਾਂਦੇ ਆ, ਮਨ ਬਦਲ ਲੈਂਦੇ ਆ, ਉਹਨਾਂ ਦੇ ਅੰਦਰਲੇ ਡਰ ਵੀ ਵੇਖਣੇ ਚਾਹੀਦੇ ਆ। ਸੋ ਮੈਨੂੰ ਲੱਗਦਾ ਕਿ ਚੰਗੀ ਗੱਲ ਆ ਜੇ ਬਾਹ ਮਰੋੜੀ ਜਾਂਦੀ ਹੈ ਤੇ ਸਾਰਿਆਂ ਦੀ ਮਰੋੜ ਕੇ ਦੇਖ ਲਓ ਇੱਕ ਵਾਰੀ, ਤਾਂ ਕਿ ਡਰ ਬਾਹਰ ਕੱਢ ਦਈਏ, ਹਰੇਕ ਦਾ ਪਤਾ ਲੱਗ ਜੇ ਕੌਣ ਕਿੱਥੇ ਖੜਾ। ਬੀਜੇਪੀ ਦੀ ਰਾਜਨੀਤੀ ਬਿਲਕੁਲ ਵੀ ਦੁੱਧ ਧੋਤੀ ਰਾਜਨੀਤੀ ਨਹੀਂ ਗੀ। ਉਹ ਧਰੁਵੀਕਰਨ ਦੀ ਰਾਜਨੀਤੀ ਕਰਦੇ ਰਹੇ ਆ। ਉਹ ਮੁਆਸ਼ਰਿਆਂ ਨੂੰ ਆਪਣੇ ਢੰਗ ਨਾਲ ਵੋਟਾਂ ਦੇ ਵਿੱਚ ਬਦਲਦੇ ਵੀ ਨੇ, ਦੇਖਦੇ ਵੀ ਨੇ, ਔਰ ਇਹ ਹਰ ਪਾਰਟੀ ਕਰ ਰਹੀ ਹੈ। ਅਕਾਲੀ ਦਲ ਪੰਥਕ ਵੋਟ ਦੀ ਗੱਲ ਕਰਦਾ ਜਦੋਂ, ਤੇ ਉਹ ਵੀ ਧਰੁਵੀਕਰਨ ਦੀ ਕਰਦਾ। ਕਾਂਗਰਸ ਜਦੋਂ ਸ਼ਹਿਰੀ ਔਰ ਅਨੁਸੂਚਿਤ ਜਾਤੀਆਂ ਦੀ ਗੱਲ ਕਰਦੀ, ਉਹ ਵੀ ਧਰੁਵੀਕਰਨ ਦੀ ਗੱਲ ਕਰਦੀ ਹੈ। ਅਮਰਿੰਦਰ ਸਿੰਘ ਜਦੋਂ ਜ਼ਿਆਦਾ ਪਾਕਿਸਤਾਨ ਦੇ ਡਰੋਨਾਂ ਦੀ ਗੱਲ ਕਰਦੇ, ਉਹ ਵੀ ਧਰੁਵੀਕਰਨ ਦੀ ਗੱਲ ਕਰ ਰਿਹਾ। ਤੇ ਬੀਜੇਪੀ ਜਦੋਂ ਬਾਹ ਮਰੋੜਦੀ ਹੈ, ਉਹ ਵੀ ਧਰੁਵੀਕਰਨ ਦੀ ਗੱਲ ਕਰ ਰਹੀ ਹੈ। ਲੇਕਿਨ ਪੰਜਾਬ ਦੀ ਰਾਜਨੀਤੀ ਬੜੀ ਦਿਲਚਸਪ ਹੋਣ ਵਾਲੀ ਹੈ ਕਿ ਕੌਣ ਕਿਹਦੇ ਪਾਲੇ 'ਚ ਜਾਂਦਾ। ਇੱਕ ਬੜੀ ਵੱਡੀ ਕਵਾਇਦ ਹੋਣ ਜਾ ਰਹੀ ਹੈ ਔਰ ਉਸ ਕਵਾਇਦ ਦੇ ਵਿੱਚ ਬੜੇ ਨੰਗ ਨੰਗੇ ਹੋਣੇ ਆ ਤੇ ਬਹੁਤ ਸਾਰੇ ਲੋਕਾਂ ਦੇ ਚਿਹਰੇ ਤੇ ਕਿਰਦਾਰ ਵੀ ਸਾਫ਼ ਹੋ ਜਾਣੇ ਆ ਕਿ ਕੌਣ ਜਿਹੜਾ ਕਹਿੰਦਾ ਸੀ ਜੀ ਅਸੀਂ ਇਹਨਾਂ ਪਾਰਟੀਆਂ 'ਚ ਜੰਮੇ ਤੇ ਇੱਥੇ ਹੀ ਮਰਾਂਗੇ ਤੇ ਉਹ ਛੱਡ ਕੇ ਮੈਦਾਨ ਭੱਜ ਗਏ ਵਾਲੀ ਗੱਲ ਹੋਣੀ। ਬਹੁਤ ਮਿਹਰਬਾਨੀ ਮਨਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।